हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर धार। एक ओंकार सतगुरु तिह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। सवैया दूसरी दौर गई देश श्री गुर। सो सखी सो उपसी तंत पावन हेतु। मारल कर दे गई शर्मा तन तूरना। पूरन की अवज्ञा दुख दे तू। दूसरी दौर गई देश श्री गुर। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी नवाजी गुरु रूप गुरु प्यारी साध संगत जीओ। आप जी कर्मा वाले हो जो श्री गुरु ग्रंथ साहिब महाराज जी के पावन पवित्र दर्शन करके लाहा प्राप्त कर रहे हो। गुरु साहिब जी की धुर की बाणी के जाप सरवण करके आप संगतां ने लाहा प्राप्त किया है। जो आप नितनेम नाल ही गुरु नानक साहिब महाराज की कथा पढ़ सुन विचार रहे हैं संगत रूप विच। उस कथा का समा होया है। गुरु प्यारी साध संगत जी कल के दीवाना विच आपां सरवण कीता सी कि महाराज ने तलवंडी नगर तो शिवनाभ राजे की इच्छा पूरी करने वास्ते चाला मार दिता। सब तो पहला गुरु साहिब जी जो भाई लालो एमनाबाद का रहन वाला ਉਹਦੇ घर ਜਿਹੜੇ 5 दिन रहन वाले बाकी सन उत्थे गए। फिर भाई लालो के घर 5 दिन रह के अगे वाल सतगुरु जी विदा होए। बड़े सत्कार नाल प्रेम नाल भाई लालो ने गुरु महाराज जी ने विदा किया। जी नहीं करता है मुड़न नूं पर सतगुरु जी के कहे अनुसार वापस मुड़िया है। भाई लालो जी ने तो सतगुरु जी के सोहने स्वरूप का ध्यान धर लिया है हिरदे विच। महाराज चलण लई तैयार होए। रस्ते विच बेअंती मनुखां नूं उपदेश दे के तारना कीता। जदों 3 दिन लंघ गए चलदियां चलदियां भाई मरदाने नूं बड़ी भुख लगी है। सतगुरु जी नूं मुखों तो कहिंदे नहीं है पर उंज चीचियां बहुत वटदे है बड़ा खिचदे हन। अखीरी महाराज अंतरजामी है। सतगुरु जी ने
ਵਿਲਾਸ ਜਿਹਾ ਕਰਨ ਵਾਸਤੇ, ਹਾਸਾ ਜਿਹਾ ਕਰਨ ਵਾਸਤੇ ਭਾਈ ਮਰਦਾਨੇ ਨੂੰ ਭੁੱਖ ਲਾ ਦਿੱਤੀ ਹੈ ਅਤੇ ਕਿਹਾ ਕਿ ਭਾਈ ਮਰਦਾਨਾ ਜੀ ਤੁਹਾਡੀ ਕੀ ਖਬਰਸਾਰ ਹੈ, ਕਿਵੇਂ ਹੋ? ਕਹਿਣ ਲੱਗੇ ਮਹਾਰਾਜ ਕੀ ਦੱਸਾਂ, ਤੁਹਾਨੂੰ ਤਾਂ ਨਾ ਭੁੱਖ ਲੱਗਦੀ ਹੈ ਨਾ ਤੇ ਲੱਗਦੀ ਹੈ, ਸਾਨੂੰ ਤਾਂ ਭੁੱਖ ਵੀ ਲੱਗਦੀ ਹੈ ਤੇ ਵੀ ਲੱਗਦੀ ਹੈ, ਨਾ ਤੁਸੀਂ ਆਪ ਕੁਝ ਖਾਂਦੇ ਪੀਂਦੇ ਹੋ ਨਾ ਸਾਨੂੰ ਦਿੰਦੇ ਹੋ, ਮੈਂ ਤਾਂ ਬਹੁਤ ਭੁੱਖਾ, ਮੇਰੇ ਕਿਵੇਂ ਤੁਹਾਡੇ ਨਾਲ ਸੰਗਤ ਨਿਭੋ ਇਸ ਤਰ੍ਹਾਂ। ਮਹਾਰਾਜ ਕਹਿਣ ਲੱਗੇ ਵੀ ਭਾਈ ਮਰਦਾਨਾ ਤੂੰ ਧੀਰਜ ਨਹੀਂ ਰੱਖਦਾ ਹੈ, ਚੱਲ ਉਹ ਸਾਹਮਣੇ ਇੱਕ ਅੱਕ ਦਾ ਪੌਦਾ ਖੜਾ ਸੀ, ਬੂਟਾ। ਮਹਾਰਾਜ ਕਹਿਣ ਲੱਗੇ ਵੀ ਜੋ ਤੂੰ ਖਾਣਾ ਹੈ, ਜਿੰਨਾ ਖਾਣਾ ਹੈ ਭਾਈ ਮਰਦਾਨਾ ਖਾ ਲਾ ਇਸ ਬੂਟੇ ਤੋਂ, ਅਤੇ ਪਰ ਲਾਲਚ ਨਹੀਂ ਕਰਨਾ ਹੈ, ਨਾਲ ਪੱਲੇ ਨਹੀਂ ਬੰਨਣਾ ਹੈ ਅਤੇ ਨਾ ਬਹੁਤਾ ਹੀ ਖਾਣਾ ਹੈ। ਕਹਿਣ ਲੱਗਾ ਮਹਾਰਾਜ ਅੱਕ ਦੇ ਖਾ ਕੇ ਫਲ ਜੇ ਕੀ ਮੈਨੂੰ ਤੁਸੀਂ ਮਾਰੋਗੇ, ਇਹ ਤਾਂ ਕੌੜੇ ਬਹੁਤ ਹੁੰਦੇ ਹੈ, ਜ਼ਹਿਰ ਵਰਗੇ ਹੈ, ਮੈਂ ਕਿਵੇਂ ਖਾਵਾਂ, ਮੈਨੂੰ ਮਜ਼ਾਕ ਕਰਦੇ ਹੋ ਮਹਾਰਾਜ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਦੇ ਮਜ਼ਾਕ ਨਹੀਂ ਕਰਦੇ ਅਤੇ ਨਾ ਤੈਨੂੰ ਅਸੀਂ ਮਰ ਨਹੀਂ ਦਿੰਦੇ ਹਾਂ, ਜੇ ਤੂੰ ਮਰ ਜਾਵੇਂਗਾ ਤਾਂ ਤੈਨੂੰ ਫਿਰ ਜਿੰਦਾ ਕਰ ਲਾਂਗੇ। ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹ ਖਖੜੀਆਂ ਖਾ ਲੀਆਂ, ਜਦੋਂ ਖਾ ਲੀਆਂ ਪੇਟ ਭਰ ਲਿਆ ਗਲ ਤੱਕ, ਬਹੁਤ ਰੱਜ ਗਏ ਹੈ ਅਤੇ ਅੱਖ ਜੀ ਬਚਾ ਕੇ ਕੁਝ ਪੱਲੇ ਵੀ ਬੰਨ੍ਹ ਲਏ ਹੈ ਕਿ ਜੇ ਕੱਲ੍ਹ ਭੁੱਖ ਲੱਗੇਗੀ ਤਾਂ ਉਹ ਵੀ ਖਾਵਾਂਗੇ ਫਿਰ, ਕਿਉਂਕਿ ਉਹਦਾ ਜਿਹੜੇ ਜ਼ਹਿਰ ਵਰਗੇ ਉਹ ਖਖੜੀਆਂ ਉਹਨਾਂ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਇਆ ਸੀ ਛਕਣ ਨਾਲ। ਉਹ ਸਾਰੀ ਕਰਾਮਾਤ ਸ਼ਕਤੀ ਗੁਰੂ ਜੀ ਦੇ ਬਚਨਾਂ ਦੀ ਸੀ, ਜੋ ਗੁਰੂ ਜੀ ਨੇ ਸਮਝਾਇਆ ਉਹ ਮੰਨਿਆ ਨਹੀਂ, ਪੱਲੇ ਬੰਨ੍ਹ ਕੇ ਜਦੋਂ ਚੱਲ ਪਏ ਅਗਲੇ ਪਾਸੇ ਗਏ। ਅਗਲਾ ਦਿਨ ਆਇਆ ਹੈ ਅਤੇ ਉਹ ਭੁੱਖ ਜਿਹੀ ਲੱਗੀ ਹੈ ਅਤੇ ਕੱਢ ਕੇ ਖਾਣ ਲੱਗੇ ਹੈ। ਜਦੋਂ ਹੀ ਮੁੱਖ 'ਚ ਪਾਇਆ ਬੜੀ ਤੰਗੀ ਪਰੇਸ਼ਾਨੀ ਹੋਈ, ਪੇਟ 'ਚ ਸੂਲ ਜਿਹਾ ਉੱਠਿਆ ਹੈ, ਕਦੀ ਲੱਤਾਂ ਮਾਰਦੇ ਹੈ, ਕਦੀ ਪੇਟ ਦੱਬਦੇ ਹਨ ਅਤੇ ਬਹੁਤ ਪੁਕਾਰਦੇ ਹੈ ਮਹਾਰਾਜ ਮੈਂ ਤਾਂ ਮਰ ਗਿਆ, ਮੈਂ ਤਾਂ ਮਰ ਗਿਆ, ਮੈਨੂੰ ਬਚਾ ਲਓ। ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਵੀ ਇਹਨਾਂ ਨੇ ਉਹ ਕੱਲ੍ਹ ਦੇ ਜਿਹੜੇ ਨਾਲ ਲੈ ਲਈਆਂ ਖਖੜੀਆਂ ਉਹ ਖਾ ਖੂ ਲਈਆਂ ਹੈ। ਗੁਰੂ ਸਾਹਿਬ ਜੀ ਨੇ ਕਿਹਾ ਵੀ ਭਾਈ ਮਰਦਾਨਾ ਜੇ ਤੂੰ ਨਾਲ ਲੈਣਾ ਸੀ ਸਾਨੂੰ ਪੁੱਛ ਹੀ ਲੈਂਦਾ, ਹਾਂ ਪੁੱਛਿਆ ਨਹੀਂ ਤਾਂ ਹੀ ਦੁੱਖ ਹੋ ਰਿਹਾ ਹੈ। ਫਿਰ ਗੁਰੂ ਸਾਹਿਬ ਜੀ ਨੇ ਇੱਕ ਅੱਕ ਦਾ ਪੌਦਾ ਹੋਰ ਖੜਾ ਸੀ, ਉਹਦੇ ਤੋਂ ਤੋੜ ਕੇ ਆਪ ਆਪਣੇ ਹੱਥਾਂ ਨਾਲ ਦਿੱਤਾ ਖਾਣ ਨੂੰ, ਉਹ ਸਾਰੀ ਪੀੜ ਮਿਟ ਗਈ, ਅੱਗੇ ਚਾਲਾ ਮਾਰ ਦਿੱਤਾ ਹੈ। ਮਹਾਰਾਜ ਨੂੰ ਮੱਥਾ ਟੇਕਦਾ ਬਾਰ-ਬਾਰ, ਮਹਾਰਾਜ ਮੈਂ ਤਾਂ ਅਣਜਾਣ ਪੁਣੇ ਜੀ ਤੁਹਾਡਾ ਬਚਨ ਨਹੀਂ ਮੰਨਿਆ ਹੈ, ਪਰੇਸ਼ਾਨੀ ਹੋਈ ਇਸੇ ਕਰਕੇ। ਫਿਰ ਗੁਰੂ ਸਾਹਿਬ ਜੀ ਚੱਲਦਿਆਂ ਚੱਲਦਿਆਂ ਕਾਂਵਰੂ ਦੇਸ਼ ਪਹੁੰਚੇ ਜੋ ਅਸਾਮ ਦੇ ਵਿੱਚ ਹੈ। ਉੱਥੋਂ ਦਾ ਇੱਕ ਪਿੰਡ ਜੋ ਧਨਪੁਰ ਹੈ, ਢਾਕਾ ਸ਼ਹਿਰ ਤੋਂ, ਬੰਗਾਲ ਦਾ ਜਿਹੜਾ ਢਾਕਾ ਸ਼ਹਿਰ ਹੈ, ਉੱਥੇ ਸਤਿਗੁਰੂ ਮਹਾਰਾਜ ਗਏ। ਕਾਮਰੂਪ ਜਿਹੜਾ ਸ਼ਹਿਰ, ਉੱਥੋਂ ਦੀਆਂ ਇਸਤਰੀਆਂ ਜਿਹੜੀਆਂ ਵਿਭਚਾਰ ਕਰਦੀਆਂ ਸਨ, ਭਾਈ ਮਰਦਾਨਾ ਜੀ ਉੱਥੇ ਜਦੋਂ ਪਹੁੰਚੇ ਜਾ ਕੇ, ਇਹ ਢਾਕੇ ਤੋਂ 5 ਮੀਲ ਦੀ ਵਿੱਚ 'ਤੇ ਧਨਪੁਰ ਸ਼ਹਿਰ। ਗੁਰੂ ਸਾਹਿਬ ਜੀ ਉਹ ਗਾਰ ਹੀ ਬੈਠ ਗਏ ਹੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸ਼ਹਿਰ ਬੜਾ ਸੋਹਣਾ ਹੈ, ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਕਿਸੇ ਥਾਂ 'ਤੇ ਫਿਰ ਤੁਰ ਕੇ ਭੋਜ ਨਹੀਂ ਖਾਵਾਂ। ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਦੁੱਖ ਦੇਣ ਵਾਲਾ ਹੈ ਸ਼ਹਿਰ ਹੈ, ਨਾ ਜਾ ਭਾਈ ਮਰਦਾਨਾ। ਕਹਿਣ ਲੱਗਾ ਮਹਾਰਾਜ ਮੈਂ ਤਾਂ ਖਾਧੇ ਪੀਤੋਂ ਬਿਨਾਂ ਤਾਂ ਰਹਿ ਨਹੀਂ ਸਕਦਾ। ਜਿੱਦਾਂ ਕਰਦੇ ਹੈ ਮਹਾਰਾਜ ਸਮਝ ਗਏ ਵੀ ਇਹ ਜਾਣਗੇ ਪੱਕਾ ਹੁਣ ਰਹਿਣਾ ਦੇਣਾ ਹੈ ਨਹੀਂ। ਮਹਾਰਾਜ ਨੇ ਕਹਿ ਦਿੱਤਾ ਫਿਰ ਜਾਓ ਹੁਣ ਖਾ ਲਓ ਜਾ ਕੇ ਜੋ ਖਾਣਾ ਹੈ, ਵੇਖ ਲਓ ਸ਼ਹਿਰ ਕਿਤੇ ਚਾਨਣਾ ਹੀ ਨਾ ਰਹਿ ਜੇ। ਜਦੋਂ ਇੱਕ ਘਰ ਦੇ ਅੱਗੇ ਜਾ ਕੇ ਆਵਾਜ਼ ਜੀ ਮਾਰੀ, ਉਹ ਸੁਣਦਿਆਂ ਸਾਰੋਂ ਇਸਤਰੀਆਂ ਨੇ ਵੇਖਿਆ ਹੈ ਜੋ ਖੋਟੀਆਂ ਭੈੜੀ ਮੱਤ ਵਾਲੀਆਂ। ਭਾਈ ਮਰਦਾਨੇ ਨੂੰ ਪਰਦੇਸੀ ਵੇਖ ਕੇ ਉਸੇ ਵੇਲੇ ਹੀ 2-4 ਜਾਣੀਆਂ ਬੈਠੀਆਂ ਸਨ। ਉਹ ਕਹਿਣ ਲੱਗੀਆਂ ਮੇਰਾ ਮਿੱਤਰ ਹੈ, ਦੂਸਰੀ ਕਹਿੰਦੀ ਮੇਰਾ ਹੈ, ਤੀਸਰੀ ਕਹਿੰਦੀ ਮੈਂ ਪਹਿਲਾਂ ਵੇਖਿਆ ਹੈ। ਅਜੇ ਇੰਨੇ ਕਹਿ ਰਹੀਆਂ ਸਨ, ਚੌਥੀ ਉੱਠੀ ਹੈ, ਭੱਜ ਕੇ ਉਸਨੇ ਗਲ ਵਿੱਚ ਧਾਗਾ ਪਾ ਦਿੱਤਾ ਹੈ, ਗੰਢਾਂ ਜੀਆਂ ਵਾਲਾ ਮੰਤਰ ਪੜ੍ਹ ਦਿੱਤਾ, ਭਾਈ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਹੈ।
ਫਿਰ ਤੇ ਬੜੇ ਉਹ ਪਰੇਸ਼ਾਨੀ ਹੋਈ, ਭੇਡੂ ਵਾਂਗ ਫਰਾਟੇ ਮਾਰਦੇ ਆ, ਸੋਚਦੇ ਆ ਕਿ ਆ ਗੁਰੂ ਜੀ ਦਾ ਬਚਨ ਨਹੀਂ ਮੰਨਿਆ ਤਾਂ ਹੀ ਪਰੇਸ਼ਾਨੀ ਹੋਈ ਹੈ। ਜਿਹੜੇ ਹੁਣ ਕਿਹੜਾ ਜਿਹੜਾ ਮੇਰੇ ਮਾਲਕ ਨੂੰ ਦੱਸੇ। ਫਿਰ ਵਿਚਾਰਦੇ ਵੀ ਗੁਰੂ ਮਹਾਰਾਜ ਅੰਤਰਜਾਮੀ ਜਾਣਦੇ ਸਭ, ਆਪ ਹੀ ਆਣ ਕੇ ਛਡਾਉਣਗੇ। ਇੱਧਰ ਜਦੋਂ 2-4 ਘੜੀਆਂ ਬੀਤ ਗਈਆਂ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਾਲਾ ਨੂੰ ਕਿਹਾ ਵੀ ਆਪਾਂ ਛਡਾ ਕੇ ਲੈ ਕੇ ਆਈਏ। ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਕੀ ਹੋਇਆ ਹੈ, ਕਿਸ ਥਾਂ 'ਤੇ ਹੋ, ਕਿਵੇਂ ਆਪ ਚੱਲੇ ਹੋ? ਮਹਾਰਾਜ ਕਹਿੰਦੇ ਤੁਸੀਂ ਨਾਲ ਚੱਲੋ। ਭਾਈ ਮਰਦਾਨਾ ਦੇ ਐਵੇਂ ਭੇਡੂ ਬਣ ਗਿਆ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਰਹਿਣ ਦਿਓ ਇਸੇ ਤਰ੍ਹਾਂ ਹੀ, ਫੇਰ ਹੀ ਪਤਾ ਚੱਲੇਗਾ, ਤੁਹਾਡਾ ਬਚਨ ਨਹੀਂ ਨਾ ਮੰਨਿਆ ਹੈ, ਥੋੜ੍ਹਾ ਦੁੱਖ ਜਦੋਂ ਹੋਊਗਾ ਫੇਰ ਛਡਾਇਓ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਇਹ ਤੇ ਨਾਲ ਲਿਆਂਦੇ, ਨਾਲ ਲੈ ਕੇ ਆਏ ਆ, ਇਸ ਕਰਕੇ ਲੱਜਿਆ ਹੈ ਸਾਨੂੰ ਸਾਡਿਆ, ਫਿਰ ਉਹਦੇ ਨਾਲ ਪ੍ਰੇਮ ਬਹੁਤ ਹੈ, ਸਾਨੂੰ ਕੰਮ ਵੀ ਬਹੁਤ ਉਹਦੇ ਨਾਲ, ਚਲੋ ਚੱਲੀਏ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਇੱਥੇ ਆ ਗਏ ਹੈ। ਜਦੋਂ ਇੱਥੇ ਦਰਵਾਜ਼ੇ 'ਤੇ ਪਹੁੰਚੇ ਹੈ, ਭਾਈ ਬਾਲਾ ਜੀ ਦੇ ਗੁਰੂ ਨਾਨਕ ਸਾਹਿਬ, ਉਹ ਜਿਹੜੀਆਂ ਇਸਤਰੀਆਂ 4 ਜਾਣੀਆਂ ਬੈਠੀਆਂ ਸਨ ਵੇਖ ਕੇ ਖੁਸ਼ ਹੋ ਗਈਆਂ ਵੀ ਇਹ ਵੀ ਸਾਡੇ ਕੋਲ ਫਸ ਗਏ ਹੈ। ਉਹ ਦੌੜੀ ਇੱਕ ਆਈ ਹੈ ਭਾਈ ਬਾਲੇ ਵੱਲ। ਜਦੋਂ ਆਈ ਹੈ ਬਸ ਉਸੇ ਵੇਲੇ ਗੁਰੂ ਮਹਾਰਾਜ ਦੀ ਨਜ਼ਰ ਨਾਲ ਹੀ ਉਹ ਭੇਡ ਬਣ ਗਈ, ਇੱਕ ਜਾਣੀ ਛੇਤੀ ਦੇ ਗਈ। ਫਿਰ ਦੂਸਰੀ ਜਿਵੇਂ ਦੌੜ ਕੇ ਆਈ ਮਹਾਰਾਜ ਵੱਲ, ਉਹ ਪ੍ਰਸੰਗ ਜਾ ਰਿਹਾ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਦੂਸਰੀ ਦੌਰ ਗਈ ਦਿਸ ਸ੍ਰੀ ਗੁਰ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਬਾਲਾ ਉਸੇ ਘਰ ਦੇ ਦਰਵਾਜ਼ੇ ਅੱਗੇ ਆ ਗਏ, ਇਹ ਇਸਤਰੀਆਂ ਨੇ ਵੇਖਿਆ, ਬੜੇ ਹਾਵ ਭਾਵ ਜਿਹੇ ਦਿਖਾਉਂਦੀਆਂ ਤੇ ਅੱਖਾਂ ਜੀਆਂ ਦਾ ਨਚਾਉਂਦੀਆਂ ਇੱਧਰ ਉੱਧਰ ਤੇ ਮੁਸਕਰਾਉਂਦੀਆਂ ਵੀ ਇਹ ਫਸ ਗਏ ਸਾਡੇ ਕੋਲ ਆ ਕੇ। ਇੱਕ ਜਿਹੜੀ ਹੈ ਦੌੜ ਕੇ ਆ ਕੇ ਜਿਹੜਾ ਭਾਈ ਬਾਲਾ ਜੀ ਦੇ ਗਲ ਵਿੱਚ ਧਾਗਾ ਜਿਹਾ ਪਾਉਣ ਲੱਗੀ, ਬੜੀ ਛੇਤੀ ਉਹ ਭੈੜੀ ਜਿਹੜੀ ਇਸਤਰੀ ਹੈ ਭੇਡ ਬਣ ਗਈ ਹੈ। ਉਹ ਜਦੋਂ ਇੱਕ ਭੇਡ ਬਣ ਗਈ, ਦੂਸਰੀ ਦੌੜੀ ਹੈ, ਦੌੜ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਤਰਫ ਆਈ ਹੈ। ਸੋ ਉਕਸੀ ਤੰਤ ਪਾਵਨ ਹੇਤੂ। ਉਹ ਗੰਢਾਂ ਜੀਆਂ ਵਾਲਾ ਧਾਗਾ ਪਾਉਣ ਦੇ ਵਾਸਤੇ ਆ ਵਧੀਆ ਗਾਂ ਵੱਲ ਨੂੰ ਭੱਜ ਕੇ ਹੰਬਲਾ ਜਿਹਾ ਮਾਰ ਕੇ ਆਈ ਹੈ ਵੀ ਮੈਂ ਧਾਗਾ ਪਾ ਦਿਆਂ ਮਹਾਰਾਜ ਨੂੰ। ਹੋਏ ਗਈ ਸ਼ਰਮਾ ਤਨ ਤੂਰਨਾ। ਉਹ ਤੇ ਉਸੇ ਵੇਲੇ ਜਿਹੜਾ ਬੜੀ ਛੇਤੀ ਉਹਦਾ ਸਰੀਰ ਕੁੱਤੀ ਦਾ ਬਣ ਗਿਆ ਹੈ, ਕੁੱਤੀ ਹੋ ਗਈ ਹੈ ਉਹ। ਪੂਰਨ ਕੀ ਅਵਗਿਆ ਦੁਖ ਦੇ ਤੂੰ। ਕਿਉਂਕਿ ਜਿਹੜੇ ਕਿਸੇ ਪੂਰਨ ਮਨੁੱਖ ਦੀ, ਪੂਰਨ ਸੰਤ ਮਹਾਂਪੁਰਸ਼ ਦੀ ਨਿਰਾਦਰੀ ਕਰਨੀ, ਅਵਗਿਆ ਕਰਨੀ ਅਤੇ ਦੁੱਖ ਹੀ ਦਿੰਦੀ ਹੁੰਦੀ ਹੈ। ਔਰ ਹੋਤੀ ਡਰ ਧਾਰ ਹਿਰਦੈ। ਜਿਹੜੀਆਂ ਹੋਰ ਉੱਥੇ ਬੈਠੀਆਂ ਸੀ ਵੇਖ ਕੇ ਤੇ ਉਹਨਾਂ ਦੇ ਹਿਰਦੇ ਤੇ ਬੜਾ ਡਰ ਹੋਇਆ ਹੈ। ਦੇਖ ਭਾਜ ਬਰੀ ਤਤਕਾਲ ਨਿਕੇਤੂ। ਉਹ ਵੀ ਵੇਖ ਕੇ ਭੱਜ ਗਈਆਂ। ਜਿਹੜੀ ਆ ਕੁੱਤੀ ਦੀ ਭੇਡ ਬਣੀ ਹੈ, ਇਹ ਵੀ ਭੱਜ ਕੇ ਬੜੀ ਛੇਤੀ ਆਪਣੇ ਘਰ ਵੜੀਆਂ ਹਨ। ਮੇਖ ਕੇ ਸੰਗ ਬੱਧਿਓ ਫੁਰ ਕੈ ਬਹੋ। ਉਧਰ ਕਿੱਲੇ ਦੇ ਨਾਲ ਬੱਧੇ ਹੋਏ ਭਾਈ ਮਰਦਾਨਾ ਜੀ ਭੇਡੂ ਬਣੇ ਹੋਏ ਸੀ, ਬੜੇ ਫਰਾਟੇ ਜੇ ਮਾਰ ਰਹੇ ਹੈ। ਸ੍ਰੀ ਗੁਰੂ ਕੋ ਨਿਜ ਦੇਵਨ ਭੇਤੂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣਾ ਭੇਦ ਦੇਣ ਵਾਸਤੇ ਵੀ ਮਹਾਰਾਜ ਮੈਂ ਇੱਧਰ ਬੰਨਿਆ ਹੋਇਆ ਵਾਂ, ਮੈਂ ਭੇਡੂ ਬਣਿਆ ਹੋਇਆ ਹਾਂ। ਕਬਿਤ ਬੋਲੇ ਤਬ ਨਾਨਕ ਜੀ ਜਾਹੋ ਅਬ ਬਾਲਾ ਤੁਮਾ। ਤਦੋਂ ਗੁਰੂ ਨਾਨਕ ਦੇਵ ਮਹਾਰਾਜ ਬਚਨ ਬੋਲੇ ਹੈ ਕਿ ਭਾਈ ਬਾਲਾ ਜੀ ਹੁਣ ਤੁਸੀਂ ਆ ਭਾਈ ਮਰਦਾਨੇ ਵੱਲ ਜਾਓ। ਕੰਠ ਮਰਦਾਨੇ ਕੇ ਤੇ ਤੋਰ ਡਰ ਬੰਧਨਾ। ਜਿਹੜਾ ਭਾਈ ਮਰਦਾਨੇ ਦੇ ਗਲ ਵਿੱਚ ਉਹ ਧਾਗਾ ਜਿਹਾ ਬੱਝਾ ਹੋਇਆ ਹੈ,
ਉਹਨੂੰ ਪਰੇ ਸੁੱਟ ਦਿਓ ਤੋੜ ਕੇ। ਆਏ ਸਕੋ ਪਾਏ ਤਤਕਾਲ ਟਿਕ ਜਾਏ ਕਰ। ਭਾਈ ਬਾਲਾ ਦੀ ਆਗਿਆ ਨੂੰ ਪਾ ਕੇ ਬੜੀ ਛੇਤੀ ਭਾਈ ਮਰਦਾਨੇ ਦੇ ਕੋਲ ਜਾ ਕੇ ਕੰਠ ਜੇ ਉਤੰਤ ਸੋ ਕਿਨੋ ਹੈ ਨਿਕੰਦਨਾ। ਉਹ ਜਿਹੜਾ ਗਲ ਦੇ ਵਿੱਚ ਧਾਗਾ ਜਿਹਾ ਬੰਨਿਆ ਹੋਇਆ ਸੀ, ਇਸਤਰੀਆਂ ਨੇ ਮੰਤਰ ਜਿਹਾ ਪੜ੍ਹ ਕੇ ਵਸ ਕੀਤਾ ਹੋਇਆ ਸੀ, ਬੜੀ ਛੇਤੀ ਤੋੜਨਾ ਕੀਤਾ ਭਾਈ ਬਾਲੇ ਨੇ। ਮਾਨਵ ਕੀ ਦੇਹ ਭਈ ਫਿਰ ਮਰਦਾਨੇ ਹੂੰ ਕੀ। ਭਾਈ ਮਰਦਾਨੇ ਦੀ ਉਸੇ ਵੇਲੇ ਜਿਹੜੀ ਮੁੜ ਮਨੁੱਖ ਦੀ ਦੇਹ ਬਣ ਗਈ ਹੈ, ਸਰੀਰ ਬਣ ਗਿਆ ਭੇਡੂ ਤੋਂ। ਆਏ ਗੁਰ ਪੂਰਨ ਕੋ ਕੀਨ ਤਪ ਬੰਦਨਾ। ਬੜੀ ਛੇਤੀ ਦੌੜ ਕੇ ਆਇਆ ਹੈ ਭਾਈ ਮਰਦਾਨਾ, ਸਤਿਗੁਰੂ ਪੂਰਨ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮੱਥਾ ਟੇਕਿਆ ਹੈ। ਵੱਡੀ ਜੋ ਬਲਾਈ ਤੈਨਾ ਮਾਹੇ ਦੀਏ ਬਿਹਰਤ। ਮਹਾਰਾਜ ਇੱਥੇ ਤੇ ਬੜੀਆਂ ਵੱਡੀਆਂ ਵੱਡੀਆਂ ਬਲਾਵਾਂ ਹੈ, ਤੁਸੀਂ ਮੈਨੂੰ ਇਹਨਾਂ ਵਿੱਚ ਲਈ ਫਿਰਦੇ ਹੋ। ਸੁਧ ਮਨ ਮੇਰੋ ਹੋਂ ਸੋ ਜਾਨੋ ਛੰਦ ਬੰਦਨਾ। ਮੇਰਾ ਤੇ ਜਿਹੜਾ ਮਨ ਉਹ ਸਿੱਧਾ ਹੈ, ਮੈਂ ਤੇ ਕੋਈ ਬਲਸ਼ਾਲ ਨਹੀਂ ਜਾਣਦਾ, ਤੇ ਇਹ ਬਹੁਤ ਠੱਗੀ ਮਾਰਨ ਵਾਲੀਆਂ ਹਨ। ਨਾਨਕ ਬਖਾਨਾ ਸੁਨ ਕਾਨ ਮਰਦਾਨਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮਰਦਾਨਾ ਸਾਡਾ ਬਚਨ ਸੁਣ। ਨਹ ਬੈਨ ਮਮ ਮਾਨਾ ਤੁਮ ਕਰੀ ਮਨ ਪਾਇਆ। ਬਚਨ ਤੁਸਾਂ ਨੇ ਸਾਡਾ ਮੰਨਿਆ ਨਹੀਂ ਸੀ ਤੇ ਆਪਣੀਆਂ ਮਨ ਮਰਜ਼ੀਆਂ ਹੀ ਕਰਦੇ ਹੋ ਭਾਈ ਮਰਦਾਨਾ ਤੁਸੀਂ। ਭਨਤ ਪਰਸ ਪਰ ਐਸੇ ਹੀ ਬਚਨ ਗੁਰ। ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਮਰਦਾਨਾ ਆਪੋ ਵਿੱਚ ਹੀ ਬਚਨ ਕਹਿ ਰਹੇ ਹੈ। ਮਹਾਰਾਜ ਕਹਿੰਦੇ ਭਾਈ ਮਰਦਾਨਾ ਬਚਨ ਤੇ ਸਾਡਾ ਮੰਨਦਾ ਨਹੀਂ ਹੈ, ਮਨ ਆਈਆਂ ਹੀ ਕਰਦਾ ਹੈ ਤੂੰ। ਤਾਹੇ ਕਾਲ ਵਿਖੇ ਕੰਤ ਅੰਗਨਾ ਕੇ ਆਈਆ। ਉਹਨੇ ਸਮੇਂ ਦੇ ਵਿੱਚ ਹੀ ਇਹ ਜਿਹੜੀ ਕੁੱਤੀ ਦੇ ਭੇਡ ਬਣੀ ਹੋਈ ਸੀ ਇਸਤਰੀਆਂ, ਇਹਨਾਂ ਦੇ ਪਤੀ ਆ ਗਏ ਉੱਥੇ। ਦੌਰ ਕਰ ਕੁਕਰੀਓ ਮਿਟੀ ਗਈ ਪਤ ਪਾਸ। ਉਹ ਜਿਹੜੀ ਕੁੱਤੀ ਬਣੀ ਹੋਈ ਸੀ ਤੇ ਭੇਡ ਬਣੀ ਹੋਈ ਸੀ, ਦੌੜ ਕਰਕੇ ਆਪਣੇ ਮਾਲਕ ਪਤੀਆਂ ਦੇ ਪਾਸ ਗਈਆਂ ਹਨ। ਗੁਰੂ ਦੇਸ਼ ਹੋਏ ਬਾਰ ਤਾਂ ਬਤਾਈਆ। ਗੁਰੂ ਦੀ ਤਰਫ ਬਾਰ-ਬਾਰ ਹੋ ਕੇ ਦੱਸਦੀਆਂ ਹਨ। ਬੋਲਨ ਸ਼ਕਤ ਨਹੀਂ ਇਤ ਉਤ ਦੌਰੀ ਫਿਰੈ। ਬੋਲਣ ਦੀ ਹੁਣ ਸ਼ਕਤੀ ਨਹੀਂ ਰਹੀ ਵੀ ਕੀ ਦੱਸਣਾ, ਹੱਥ ਜਿਹਾ ਮਾਰ ਕੇ ਇੱਧਰ ਉੱਧਰ ਦੌੜੀਆਂ ਫਿਰਦੀਆਂ ਹਨ। ਲਾਂਗੁਲ ਹਿਲਾਏ ਫੁਰ ਰਾਏ ਸਮਝਾਈਆ। ਜਿਹੜੀ ਤੇ ਕੁੱਤੀ ਬਣੀ ਹੋਈ ਆ ਉਹ ਪੂਛ ਹਿਲਾਉਂਦੀ ਹੈ, ਜਿਹੜੀ ਆ ਬਣੀ ਹੈ ਭੇਡ ਉਹ ਫਰਾਟੇ ਜੇ ਮਾਰ ਕੇ ਸਮਝਾਉਂਦੀ ਹੈ ਵੀ ਆ ਕੁੱਤੀ ਭੇਡ ਸਾਨੂੰ ਇਹਨਾਂ ਨੇ ਬਣਾਇਆ ਹੋਇਆ ਹੈ। ਤੀਏ ਨਿਜ ਦੇਖ ਕਰ ਚਿੰਤ ਮੈਂ ਵਿਸੇਖ ਪਾਏ। ਆਪਣੀਆਂ ਇਸਤਰੀਆਂ ਨੂੰ ਐਵੇਂ ਕੁੱਤੀ ਤੇ ਭੇਡ ਬਣੀਆਂ ਦੇਖ ਕੇ ਇਹਨਾਂ ਦੇ ਪਤੀ ਬਹੁਤ ਚਿੰਤਾ ਵਿੱਚ ਹੋਏ ਐ। ਜਾਣੇ ਕਲਾਵਾਨ ਇਹ ਸੰਤ ਕੋ ਆਈਆ। ਜਾਣ ਲਿਆ ਵੀ ਇਹ ਤੇ ਕੋਈ ਸੰਤ ਸ਼ਕਤੀਆਂ ਵਾਲਾ ਹੀ ਆਇਆ ਹੋਇਆ ਹੈ। ਕਾਮਨ ਹੈ ਕਿਨੋ ਇਨਾ ਭਇਓ ਵਿਪਰੀਤ ਸੋ। ਆ ਜਿਹੜੀਆਂ ਸਾਡੀਆਂ ਇਸਤਰੀਆਂ ਭੈੜੀਆਂ, ਇਹਨਾਂ ਨੇ ਕੋਈ ਟੂਣਾ ਹੀ ਇਹਨਾਂ ਤੇ ਕਰਨ ਕੀਤਾ ਹੈ, ਜਿਹਦੇ ਕਰਕੇ ਪੁੱਠਾ ਪਿਆ ਇਹਨਾਂ ਉੱਪਰ ਹੀ। ਕੁਕਰੀ ਓ ਮੇਡੀ ਬਾਨਾ ਮਨ ਦੁਖ ਪਾਈਆ। ਕੁੱਤੀ ਤੇ ਆ ਇੱਕ ਭੇਡ ਬਣ ਗਈ ਹੈ, ਜਿਹਦੇ ਕਰਕੇ ਹੁਣ ਦੁੱਖ ਪਾ ਰਹੀਆਂ ਹਨ। ਚੱਲੇ ਨਹ ਜਾਏ ਇਸ ਵਿਦ ਕੀ ਬਣਾਏ ਅਬ। ਉਹ ਕਹਿੰਦੇ ਆ ਦੋਵੇਂ ਪਤੀ ਸੋਚਦੇ ਵੀ ਇਸ ਤਰ੍ਹਾਂ ਕਿਤੇ ਮੇਰੀ ਪਤਨੀ ਕੁੱਤੀ ਬਣਾ ਕੇ ਤੇ ਇੱਕ ਨੂੰ ਭੇਡ ਬਣਾ ਕੇ ਨਾ ਕਿਤੇ ਚਲੇ ਜਾਣ। ਕਿਨੀ ਖਤਾ ਜੋ ਲਹਿ ਜਾਂਤੇ ਬਖਸ਼ਾਈਆ। ਇਸ ਵਾਸਤੇ ਜਿਹੜੀ ਇਹਨਾਂ ਨੇ ਕੋਈ ਭੁੱਲ ਕੀਤੀ ਹੈ, ਗਲਤੀ ਕੀਤੀ, ਉਹ ਬਖਸ਼ਾ ਲਈਏ। ਦੌਰ ਦੋਨੋਂ ਮੇਰੀ ਚਰਨ ਗਾਹੇ ਆਨ ਕਰ। ਦੌੜ ਦੋਨੋਂ ਮੇਰੇ ਹੀ, ਇਹ ਦੋਵੇਂ ਜਿਹੜੇ ਆ ਦੌੜ ਕੇ ਭਾਈ ਬਾਲਾ ਜੀ ਕਹਿੰਦੇ ਵੀ ਦੋਨੋਂ ਦੌੜੇ ਐ ਤੇ ਭੱਜ ਕਰਕੇ ਇਹਨਾਂ ਨੇ ਮੇਰੇ ਹੀ ਆ ਚਰਨ ਫੜੇ ਹੈ। ਭਏ ਮਨ ਦੀਨ ਕੀਨੀ ਬੇਨਤੀ ਵਡਾਈਆ। ਬੇਨਤੀ ਦੇ ਸਹਿਤ ਵਡਿਆਈ ਕਰਦੇ ਹੋਏ ਬੜਾ ਮਨ ਵਿੱਚ ਦੀਨ ਹੋ ਰਿਹਾ ਤੇ ਬੇਨਤੀਆਂ ਕਰਦੇ ਹਨ। ਬਾਣੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਣੀ। ਫਿਰ ਮੈਂ ਕਿਹਾ ਵੀ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ, ਮੈਂ ਕਿਹਾ ਵੀ ਜੋ
ਮਾਲਕ ਹੈ ਨਾ ਮੇਰੇ, ਤੁਸੀਂ ਉਹਨਾਂ ਦੇ ਪਾਸ ਹੱਥ ਜੋੜ ਕੇ ਜਾਓ। ਬਖਸ਼ਨ ਹਰ ਸੋਖ ਤਾ ਕੀਨੀ ਜਾਹੇ ਕੀ। ਜਿਸ ਗੁਰੂ ਨਾਨਕ ਸਾਹਿਬ ਸੰਤ ਮਹਾਂਪੁਰਸ਼ ਦੀ ਇਹਨਾਂ ਨੇ ਆ ਜਿਹੜੀ ਕੀਤੀ ਹੈ, ਗਲਤੀ ਕੀਤੀ ਹੈ, ਜਿਨ੍ਹਾਂ ਨਾਲ ਵਧੀਕੀ ਕੀਤੀ ਹੈ, ਬਖਸ਼ਣਹਾਰ ਤੇ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਹਨ। ਧਾਏ ਘਰ ਪਾਏ ਗਏ ਜਾਏ ਗੁਰੂ ਨਾਨਕ ਕੇ। ਉਸੇ ਵੇਲੇ ਉਹ ਦੌੜ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਜਾ ਚਰਨ ਫੜੇ ਐ। ਦੂਰ ਅਬ ਕੀ ਜਰਸ ਕੀਨੀ ਜੋਗ ਨਾਹਿ ਕੀ। ਤੇ ਕਹਿਣ ਲੱਗੇ ਆ ਮਹਾਰਾਜ, ਜੋ ਆ ਗੁਨਾਹ ਕੀਤਾ ਨਾ ਇਹਨਾਂ ਸਾਡੀਆਂ ਭੈੜੀਆਂ ਇਸਤਰੀਆਂ ਨੇ, ਤੁਸਾਂ ਨੇ ਨਾਰਾਜ਼ੀ ਕੀਤੀ ਹੈ, ਗੁੱਸਾ ਨਾ ਕਰੋ ਮਹਾਰਾਜ, ਆ ਦੂਰ ਕਰੋ ਆਪਣਾ ਗੁੱਸਾ। ਜੋ ਖਤਾ ਕੋ ਚੀਰਨ ਹੈ ਜਾਣਤ ਹੈ ਸੰਤਸ਼ੀਲ। ਜਿਹੜੇ ਆ ਸੰਤ ਹੁੰਦੇ ਐ ਉਹ ਮਹਾਰਾਜ ਆ ਕੋਈ ਸੰਤਸ਼ੀਲ ਸੁਭਾਅ ਦੇ, ਉਹ ਨਹੀਂ ਕਿਸੇ ਜਾਣਦੇ, ਮਨ ਵਿੱਚ ਕੋਈ ਉਹ ਰੱਖਦੇ ਨਹੀਂ ਹੈ ਵੀ ਕਿਸੇ ਨੇ ਸਾਡੇ ਨਾਲ ਵਧੀਕੀ ਕੀਤੀ ਹੈ। ਇਹ ਜੋ ਇਹਨਾਂ ਨੇ ਖੋਟੀ ਇਸਤਰੀ ਨੇ ਭੁੱਲ ਕੀਤੀ ਹੈ, ਸੰਤ ਸੁਸ਼ੀਲ ਸੁਭਾਅ ਦਿਓ ਮਹਾਰਾਜ, ਤੁਸੀਂ ਕੋਈ ਨਾ ਭੁੱਲ ਜਾਣੋ। ਭੋਲੀ ਮਤ ਸਦਾ ਜਨਾ ਕਾਮ ਭੋਗ ਚਾਹੀ ਕੀ। ਜਿਨ੍ਹਾਂ ਇਹਨਾਂ ਮਾੜੀਆਂ ਇਸਤਰੀਆਂ ਦੀ ਕਾਮ ਭੋਗ ਦੀ ਚਾਹਨਾ ਵਿੱਚ ਹੀ ਮਤ ਹਮੇਸ਼ਾ ਭੁੱਲੀ ਹੋਈ ਹੈ। ਕਰਮ ਕਮਾਇਓ ਜਸ ਪਾਇਓ ਫਲ ਇਨੈ ਤਸ। ਮਹਾਰਾਜ ਇਹਨਾਂ ਨੇ ਜਿਹੋ ਜਿਹਾ ਕਰਮ ਕੀਤਾ ਸੀ, ਜਿਹੋ ਜਿਹਾ ਕੀਤਾ ਉਹ ਜਿਹਾ ਫਲ ਪਾ ਲਿਆ, ਜਿਹੋ ਜਿਹਾ ਬੀਜਿਆ ਸੀ ਉਹ ਜਿਹਾ ਇਹਨਾਂ ਨੇ ਕੱਟ ਲਿਆ ਹੈ। ਸਾਧ ਉਪਕਾਰੀ ਹੋਤਾ ਇੱਛਾ ਨ ਹੈ ਕਾਹੇ ਕੀ। ਜਿਹੜੇ ਸਾਧੂ ਹੁੰਦੇ ਆ ਤੇ ਉਪਕਾਰੀ ਹੁੰਦੇ ਆ, ਉਹਨਾਂ ਨੂੰ ਕਿਸੇ ਦੀ ਇੱਛਾ ਨਹੀਂ ਹੈ, ਭਾਵ ਉਹਨਾਂ ਦੇ ਮਨ 'ਚ ਤੇ ਕੋਈ ਰੋਸ ਮੁਜ਼ਾਹਰਾ ਮਹਾਰਾਜ ਹੁੰਦਾ ਹੀ ਨਹੀਂ ਹੈ। ਸਵਈਆ ਮੰਦਮਤੀ ਮਨ ਮੂਰਖ ਇਹ ਤੇ ਬੜੀਆਂ ਮਹਾਰਾਜ ਮੂਰਖ ਹੈ, ਮਨ ਵਿੱਚ ਤੇ ਭੈੜੀ ਮਤ ਵਾਲੀਆਂ ਹਨ। ਜਿਨ ਸੰਤਨ ਸੋ ਉਠ ਟਾਮਨ ਕੀਨਾ। ਜਿਨ੍ਹਾਂ ਨੇ ਸੰਤਾਂ ਨਾਲ ਉੱਠ ਕੇ ਵਧੀਕੀ ਕੀਤੀ ਹੈ, ਟੂਣਾ ਜਾ ਕੀਤਾ ਹੈ। ਠੌਰ ਕਠੌਰ ਨਾ ਜਾਣਤ ਹੈ। ਮਹਾਰਾਜ ਕੀ ਦੱਸੀਏ, ਇੰਨੀਆਂ ਮਾੜੀਆਂ ਵੀ ਥਾਂ ਕਥਾਂ ਜਾਣਦਿਆਂ ਨਹੀਂ ਵੀ ਚੰਗੀ ਥਾਂ ਕਿ ਮਾੜੀ ਥਾਂ ਹੈ। ਨਿਤ ਆਤਰ ਕਾਮ ਤੇ ਹੋਤ ਅਧੀਨਾ। ਹਮੇਸ਼ਾ ਕਾਮ ਦੇ ਨਾਲ ਵਿਆਕਲ ਹੋਈਆਂ, ਅਧੀਨ ਹੀ ਹੋਈਆਂ ਰਹਿੰਦੀਆਂ, ਕਾਮ ਚੇਸ਼ਟਾ ਦੇ ਇਹਨਾਂ ਨੂੰ ਆ ਲਾਲਸਾ ਹੈ। ਆਪ ਕਰੋ ਇਨ ਕੀ ਬਖਸ਼ੋ ਆਪ ਕਰੋ ਕਰੁਣਾ ਕਰੁਣਾ ਕਰ। ਹੇ ਮਹਾਰਾਜ ਕਰੁਣਾ ਦੀ ਖਾਣ ਕਰ, ਕਿਰਪਾ ਦੇ ਘਰ ਮਹਾਰਾਜ, ਇਹਨਾਂ ਤੇ ਆਪ ਹੀ ਕਿਰਪਾ ਕਰੋ। ਤੋ ਸ਼ਰਨਾ ਪਰਨਾ ਹਮ ਲੀਨਾ। ਆਸਾਂ ਨੇ ਤੇ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਦਾ ਹੀ ਆਸਰਾ ਲਿਆ ਹੈ। ਹੁਣ ਮਾਨਵੀ ਦੇਹ ਕਰੋ ਇਨ ਕੀ। ਆ ਮਾਨਵੀ ਦੇਹ ਜਿਹੜੀ ਮਹਾਰਾਜ ਇਹਨਾਂ ਦੀ ਦੇਹ ਕੁੱਤੀ ਦੇ ਭੇਡ ਵਾਲੀ ਬਣੀ ਹੋਈ ਹੈ, ਇਹਨਾਂ ਨੂੰ ਬਖਸ਼ੋ ਤੇ ਇਹਨਾਂ ਦੀ ਦੇਹ ਉਹ ਪਹਿਲਾਂ ਵਰਗੀ ਮਨੁੱਖ ਦੀ ਦੇਹ ਕਰ ਦਿਓ। ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ। ਤੁਸਾਂ ਨੇ ਪ੍ਰਭੂ ਪਰਮੇਸ਼ਰ ਦੀ ਜਾਣ ਲਿਆ, ਇਹਨਾਂ ਅਪਰਾਧ ਕੀਤਾ, ਅਪਰਾਧ ਬਖਸ਼ੋ। ਗੁਰੂ ਨਾਨਕ ਆਨਨ ਬੈਨ ਪਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਹੇ ਹੈ। ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ। ਮਹਾਰਾਜ ਕਹਿੰਦੇ ਵੀ ਬਖਸ਼ ਤੇ ਦਵਾਂਗੇ ਜੇ ਤੁਸੀਂ ਮਨ ਵਿੱਚ ਜਿਹੜੀ ਗੁਰੂ ਦੀ ਸਿੱਖੀ ਹੈ, ਗੁਰੂ ਦੀ ਸਿੱਖਿਆ ਹੈ, ਜੇ ਉਹਨੂੰ ਮੰਨਦੇ ਹੋ, ਮਨਜ਼ੂਰ ਕਰਦੇ ਹੋ। ਧਰਮਸਾਲ ਕਰੋ ਹਰ ਨਾਮ ਰਰੋ। ਉਹ ਕੀ ਹੈ ਗੁਰੂ ਦੀ ਸਿੱਖਿਆ ਵੀ ਜਿਹੜੀ ਧਰਮ ਦੀ ਜਗ੍ਹਾ ਹੈ, ਸਤਸੰਗ ਕਰ ਲਈ ਉਹ ਤਿਆਰ ਕਰੋ ਤੇ ਉੱਥੇ ਬੈਠ ਕੇ ਸਤਸੰਗ ਵਿੱਚ ਵਾਹਿਗੁਰੂ ਦਾ ਨਾਮ ਜਪੋ। ਔਰ ਭਾਉ ਧਰੋ ਹਰ ਕਾ ਕ੍ਰਿਤ ਯਾਹੀ। ਹਿਰਦੇ ਵਿੱਚ ਪ੍ਰੇਮ ਧਾਰੋ ਤੇ ਇਹ ਜਿਹੜੀ ਕਿਰਤ ਹੈ ਨਾ, ਇਹੋ ਜਿਹੇ ਕਰਤੱਵ ਮਾੜੇ ਇਹਨਾਂ ਨੂੰ ਛੱਡ ਕੇ ਵੀ ਜਿਹੜਾ ਕੋਈ ਬਾਹਰੋਂ ਵਿਦੇਸ਼ੀ ਆਇਆ ਜਾਂ ਕੋਈ ਸੰਤ ਮਹਾਂਪੁਰਸ਼ ਆਇਆ ਤਾਂ ਉਹਦੇ ਗਲ ਵਿੱਚ ਧਾਗਾ ਜਿਹਾ ਪਾ ਕੇ ਤੇ ਉਹਨੂੰ ਐਵੇਂ ਪਸ਼ੂ ਜਾਨਵਰ ਬਣਾ ਦਿੱਤਾ, ਫਿਰ ਆਪ ਉਲਟੇ ਪੁੱਠੇ ਕੰਮ ਕੀਤੇ। ਇਹੋ ਜਿਹੇ ਜਿਹੜੇ ਕੰਮ ਹੈ ਮਾੜੇ, ਉਹਨਾਂ ਨੂੰ ਛੱਡ ਕੇ ਹਰੀ ਪਰਮੇਸ਼ਰ ਦਾ ਜਿਹੜਾ ਨਾਮ ਜਪੋ, ਧਰਮਸਾਲ ਦੀ ਜਗ੍ਹਾ ਬਣਾਓ, ਹਿਰਦੇ ਵਿੱਚ ਪ੍ਰੇਮ ਰੱਖੋ। ਸਿੱਖ ਸੰਤਨਾ ਸੇਵੋ ਹੋਏ ਭਲੋ ਤੁਮਾ। ਸਿੱਖਾਂ ਸੰਤਾਂ ਦੀ ਜਿਹੜੀ ਚੰਗੀ ਤਰ੍ਹਾਂ ਤੁਸੀਂ
ਚੰਗੇ ਬਣ ਕੇ ਸੇਵਾ ਕਰੋ। ਗਰੀਬ ਪਰਾ ਨਹ ਅੰਤਕ ਫਾਹੀ। ਜਿਸ ਦਾ ਸਦਕਾ ਜਿਹੜੀ ਗੱਲ ਦੇ ਵਿੱਚ ਅੰਤ ਨੂੰ ਜਮਾਂ ਦੀ ਫਾਈ ਹੈ ਉਹ ਨਹੀਂ ਪਵੇਗੀ, ਜਮ ਦੀ ਮਾਰ ਨਹੀਂ ਪਵੇਗੀ। ਸੁਨ ਦੀਨ ਪਏ ਪਨਹੀ ਮੁਖ ਤੇ। ਸੁਣ ਕੇ ਗੁਰੂ ਮਹਾਰਾਜ ਦੇ ਬਚਨ ਇਹ ਤੇ ਬਹੁਤ ਗਰੀਬੜੇ ਨਿਮਾਣੇ ਜੇ ਹੋਏ ਐ ਤੇ ਮੁਖੋਂ ਕਹਿੰਦੇ ਹੈ ਤੁਮਰੇ ਅਨੁਸਾਰ ਬਿਨਾ ਹਮ ਨਾਹੀ। ਮਹਾਰਾਜ ਤੁਹਾਡੀ ਆਗਿਆ ਅਨੁਸਾਰੀਆਂ, ਤੁਹਾਡੀ ਆਗੇ ਤੋਂ ਬਿਨਾ ਨਹੀਂ ਹੈ, ਭਾਵ ਜਿਵੇਂ ਆਪ ਕਹੋਗੇ ਉਸੇ ਤਰ੍ਹਾਂ ਹੀ ਕਰਾਂਗੇ। ਕਬਿਤ ਨਾਰ ਦੁਰਾਚਾਰ ਬਿਬਚਾਰਨ ਕੀ ਚਾਲ ਜਿਹ। ਆ ਜਿੰਨਾ ਭੈੜੀਆਂ ਇਸਤਰੀਆਂ ਦੀ ਚਾਲ ਬੜੀ ਭੈੜੀ ਹੈ, ਇਹ ਤੇ ਮਹਾਰਾਜ ਬੜੀਆਂ ਖੋਟੀਆਂ ਮਾੜੇ ਕੰਮ ਕਰਨ ਵਾਲੀਆਂ। ਸੋ ਤੋ ਦੁਖ ਦਾਨ ਹੋ ਕੇ ਜੋਗ ਮਨ ਜਾਣੀਏ। ਇਹ ਮਹਾਰਾਜ ਕਹਿ ਰਹੇ ਉਹਨਾਂ ਦੇ ਪਤੀਆਂ ਨੂੰ ਵੀ ਇਸ ਕਰਕੇ ਜਿਨ੍ਹਾਂ ਦੀਆਂ ਖੋਟੀਆਂ ਇਸਤਰੀਆਂ ਹੈ, ਭੈੜੇ ਕੰਮਾਂ ਦੀ ਜਿਨ੍ਹਾਂ ਦੀ ਚਾਲ ਦਿੱਤੀ ਹੈ, ਉਹਨਾਂ ਨੂੰ ਤੇ ਦੁੱਖ ਦੇਣਾ ਹੀ ਯੋਗ ਹੈ, ਇਹ ਤੁਸੀਂ ਮਨ ਵਿੱਚ ਜਾਣ ਲਓ। ਭਏ ਹੋ ਅਧੀਨ ਪਉਨਾ ਬੇਨਤੀ ਸੋ ਕੀਨ ਤੁਮਾ। ਹੁਣ ਤੁਸੀਂ ਜਿਹੜਾ ਚਲੋ ਅਧੀਨ ਹੋ ਗਏ ਹੋ ਤੇ ਬੇਨਤੀਆਂ ਵੀ ਕਰ ਰਹੇ ਹੋ। ਜਾਂਤੇ ਹੋਏ ਨਾਲ ਤਾਨਾ ਇਨਕੇ ਪਰਮਾਨੀਏ। ਇਸ ਕਰਕੇ ਇਹਨਾਂ ਦਾ ਜਿਹੜਾ ਸਰੀਰ ਹੈ ਭੇਡ ਕੁੱਤੀ ਵਾਲਾ ਬਣਿਆ ਹੋਇਆ ਉਹ ਇਸਤਰੀ ਵਾਲਾ ਸਰੀਰ ਹੀ ਹੋ ਜਾਊਗਾ, ਮਨੁੱਖ ਵਾਲਾ ਸਰੀਰ ਹੀ ਹੋ ਜਾਊ ਪਹਿਲਾਂ ਵਾਂਗ ਮੰਨ ਲਈਏ। ਐਸੇ ਹੀ ਪਨਤ ਭਈ ਦੇਹ ਤਿੰਨ ਪੂਰਬ ਸੀ। ਅਜੇ ਇਸ ਤਰ੍ਹਾਂ ਹੀ ਮਹਾਰਾਜ ਨੇ ਆਖਿਆ ਹੀ ਹੈ, ਆਖਦਿਆਂ ਸਾਰੀ ਇਹਨਾਂ ਦੀ ਜਿਹੜੀ ਦੇਹ ਹੈ ਉਸੇ ਤਰ੍ਹਾਂ ਪਹਿਲਾਂ ਵਾਂਗ ਇਸਤਰੀਆਂ ਵਾਲੀ ਹੋ ਗਈ ਹੈ। ਹੀਰ ਗੁਰ ਰੂਪ ਪਉਨਾ ਮਨ ਪਛਤਾਨੀਏ। ਸਤਿਗੁਰੂ ਜੀ ਦਾ ਸੋਹਣਾ ਸਰੂਪ ਦੇਖ ਕੇ ਮਨ ਵਿੱਚ ਬੜਾ ਪਛਤਾਉਂਦੀਆਂ ਵੀ ਮਾੜਾ ਹੀ ਕੰਮ ਹੋਇਆ ਸਾਡੇ ਤੋਂ। ਕਰੁਣਾ ਕੇ ਐਨ ਰਹੇ ਤਾਹ ਭਈ ਰਹਿਣ ਜਬ। ਕਿਰਪਾ ਦੇ ਘਰ ਮਹਾਰਾਜ ਉੱਥੇ ਰਾਤ ਹੋ ਗਈ ਹੈ, ਸਤਿਗੁਰੂ ਜੀ ਉਹਨਾਂ ਦੇ ਘਰ ਵਿੱਚ ਹੀ ਰਹੇ ਉਸ ਦਿਨ। ਕਿਨੇ ਸੁਖ ਸਨ ਜਾਂ ਕੋ ਭੈ ਨਾ ਕਿਤ ਥਾਨੀਏ। ਜਿਸ ਗੁਰੂ ਮਹਾਰਾਜ ਨੂੰ ਕਿਸੇ ਦਾ ਭੈ ਨਹੀਂ ਹੈ, ਡਰ ਨਹੀਂ ਹੈ, ਉਹ ਸੁੱਖ ਨਾਲ ਉੱਥੇ ਹੀ ਬਿਰਾਜਣਾ ਕੀਤਾ। ਮਹਾਰਾਜ ਨੂੰ ਕੋਈ ਭੈ ਥੋੜ੍ਹੀ ਹੈ ਵੀ ਫਿਰ ਨਾ ਕਿਤੇ ਜੰਤਰ ਮੰਤਰ ਤੰਤਰ ਕਰ ਦੇਣ। ਮਹਾਰਾਜ ਤੇ ਨਿਰਭਉ ਹੈ, ਸਗੋਂ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਉਹਨਾਂ ਦੇ ਭੈ ਮਿਟ ਜਾਂਦੇ ਹੈ। ਜਿਸ ਗੁਰੂ ਮਹਾਰਾਜ ਜੀ ਨੂੰ ਕਿਸੇ ਦਾ ਭੈ ਹੀ ਨਹੀਂ ਹੈ ਤੇ ਉਹਨਾਂ ਦੇ ਘਰ ਹੀ ਬਿਰਾਜੇ ਆ ਆਰਾਮ ਨਾਲ ਰਾਤ ਉਸ ਦਿਨ। ਸਵਈਆ ਪੁਨ ਸਾਰ ਭਾਈ ਧਨ ਕੰਬ ਕਈ। ਫੇਰ ਸਵੇਰ ਹੋਈ ਹੈ ਤੇ ਸੰਖਾਂ ਦੀ ਜਿਹੜੀ ਧੁਨੀ ਵੱਜੀ ਹੈ, ਸੰਖ ਵੱਜਣ ਲੱਗੇ ਮੰਦਰਾਂ ਵਿੱਚ। ਨਿਸ ਨਾਸ ਗਈ ਸੁਖ ਸਾਗਰ ਜਾਗੇ। ਜੇ ਸੁੱਖਾਂ ਦੇ ਸਾਗਰ ਮਹਾਰਾਜ ਜਾਗੇ, ਰਾਤ ਖਤਮ ਹੋ ਗਈ ਹੈ। ਨਿਲ ਮਾਨਵ ਜਾਨਵ ਪੀਵਹਿ ਕੋ। ਜਿਹੜੇ ਉੱਥੋਂ ਦੇ ਧਨਪੁਰ ਸ਼ਹਿਰ ਦੇ ਲੋਕ ਰਹਿਣ ਵਾਲੇ ਮਨੁੱਖ ਹੈ, ਮਿਲ ਕੇ ਸਤਿਗੁਰੂ ਮਹਾਰਾਜ ਦੇ ਭੇਦ ਨੂੰ ਜਾਣ ਕੇ ਤਿਨ ਆਨਵ ਭੇਟ ਹਿਰਦੇ ਅਨੁਰਾਗੇ। ਆ ਹਿਰਦੇ ਵਿੱਚ ਬੜੇ ਪ੍ਰੇਮੀ ਪਿਆਰੇ ਹੋ ਕੇ ਤੇ ਸਤਿਗੁਰੂ ਮਹਾਰਾਜ ਵਾਸਤੇ ਉਹ ਭੇਟਾ ਲਿਆਏ ਹੈ। ਪਗ ਪਾਹੁਲ ਦੀਨਾ ਕਰਤਾਰ ਥਕੀਨਾ। ਮਹਾਰਾਜ ਨੇ ਆਪਣੇ ਚਰਨਾਂ ਦੀ ਪੌਲ ਦਿੱਤੀ ਹੈ, ਚਰਨਾ ਅੰਮ੍ਰਿਤ ਦਿੱਤੀ ਹੈ ਤੇ ਨਿਹਾਲ ਕਰ ਦਿੱਤਾ, ਸਫਲ ਕਰ ਦਿੱਤਾ ਹੈ। ਭਏ ਅਗਹੀਨਾ ਵੱਡੇ ਵੱਡ ਭਾਗੇ। ਜੋ ਵੱਡਿਆਂ ਭਾਗਾਂ ਵਾਲੇ ਇਹਨਾਂ ਦੇ ਸਾਰੇ ਜਿਹੜੇ ਵੱਡੇ ਵੱਡੇ ਪਾਪ ਉਹ ਖਤਮ ਹੋ ਗਏ ਤੇ ਵੱਡਿਆਂ ਭਾਗਾਂ ਵਾਲੇ ਹੋ ਗਏ ਹਨ। ਧਰਮਸਾਲ ਵਿਸਾਲ ਰਚਿਤ ਹੈ ਕਾਲ। ਮਹਾਰਾਜ ਦਾ ਬਚਨ ਮੰਨ ਕੇ ਉਹਨਾਂ ਨੇ ਉਸੇ ਸਮੇਂ ਗੁਰੂ ਸਾਹਿਬ ਦੇ ਹੁੰਦਿਆਂ ਹੀ ਜਿਹੜੀ ਧਰਮਸਾਲ ਹੈ, ਧਰਮ ਦੀ ਜਗ੍ਹਾ ਬੜੀ ਤਕੜੀ ਬਣਾ ਦਿੱਤੀ ਹੈ। ਦਿਆਲ ਕੀ ਕੀਰਤ ਮੈਂ ਮਤ ਪਾਗੇ। ਤੇ ਦਿਆਲੂ ਕਿਰਪਾਲੂ ਮਹਾਰਾਜ ਜੋ ਹੈ ਜਾਂ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਜੀ ਦੀ ਕੀਰਤੀ ਵਿੱਚ ਹੀ ਰੰਗੇ ਗਏ ਹਨ। ਦਿਨ ਪੰਜ ਰਹੇ ਅਗ ਓਗ ਦਹੇ। ਆ 5 ਕੀ ਦੇਣੀ ਸਤਿਗੁਰੂ ਮਹਾਰਾਜ ਉੱਥੇ ਰਹੇ ਹੈ। ਆਪਣੇ ਸਿੱਖ ਬਣਾ ਕੇ ਇਹਨਾਂ ਸਾਰਿਆਂ ਦੇ ਸਮੂਹ ਪਾਪੀ ਦਗਦ ਕਰ ਦਿੱਤੇ, ਖਤਮ ਕਰ ਦਿੱਤੇ ਹਨ। ਹੁਣ ਬੈਨ ਕਹੇ ਹਮ ਜਾਹੇ ਅਗਾਰੀ। ਫਿਰ ਗੁਰੂ ਸਾਹਿਬ ਨੇ ਬਚਨ ਕਹੇ ਵੀ
ਹੁਣ ਅਸੀਂ ਇੱਥੋਂ ਅੱਗੇ ਜਾ ਰਹੇ ਹਾਂ। ਕਰ ਜੋਰ ਪਮਾਨ ਬਿਨਾ ਯੋ ਬਖਾਨਾ। ਫਿਰ ਉੱਥੋਂ ਦੇ ਜਿਹੜੇ ਮਨੁੱਖ ਭਲੇ ਪੁਰਸ਼ ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਨਾਲ ਹੀ ਬਚਨੇ ਉਹ ਕਹੇ ਐ। ਭਈ ਇਹ ਥਾਨ ਮਾਇਆ ਸੋ ਤੁਮਾਰੀ। ਮਹਾਰਾਜ ਇਸ ਥਾਂ ਦੇ ਉੱਪਰ ਤੁਹਾਡੀ ਦੇ ਬਹੁਤ ਮਿਹਰ ਹੋਈ ਹੈ। ਮਤ ਮੰਦਨ ਕੋ ਗਤ ਪੰਦ ਦਿਓ। ਅਸੀਂ ਜੋ ਮੰਦੀ ਮਤ ਵਾਲੇ ਸਾਂ, ਤੁਸਾਂ ਨੇ ਸਾਨੂੰ ਭਾਵ ਭਗਤੀ ਦਾ ਰਸਤਾ ਦੇ ਕੇ ਜਿਹੜੀ ਮੁਕਤੀ ਦਾ ਰਸਤਾ ਬਖਸ਼ ਦਿੱਤਾ ਹੈ। ਸੁਖ ਕੰਦ ਗੋਬਿੰਦ ਮੁਕੰਦ ਉਦਾਰੀ। ਤੁਸੀਂ ਦੇ ਸੁੱਖਾਂ ਦੇ ਬੱਦਲ ਹੋ, ਗੋਬਿੰਦ ਰੂਪ ਹੋ, ਮੁਕਤੀ ਦਾਤੇ ਹੋ ਤੇ ਸਖੀ ਦਾਤੇ ਹੋ। ਇਹ ਠੌਰ ਰਹੋ ਦਿਨ ਔਰ ਕਛੂ। ਮਹਾਰਾਜ ਸਾਡੀ ਬੇਨਤੀ ਮੰਨ ਕੇ ਇਸ ਧਨਪੁਰ ਇਲਾਕ ਸ਼ਹਿਰ ਦੇ ਵਿੱਚ ਹੋਰ ਕੁਝ ਦਿਨ ਰਹੋ। ਸਿਰ ਮੋਰ ਤੋਹੀ ਜਗ ਮੈਂ ਗਤਕਾਰੀ। ਆ ਸੰਸਾਰ ਦੇ ਵਿੱਚ ਮੁਕਤੀ ਕਰਨ ਵਾਲੇ ਤੁਸੀਂ ਹੀ ਸ਼੍ਰੋਮਣੀ ਹੋ। ਤੁਹਾਡੇ ਸਮਾਨ ਤੇ ਮਹਾਰਾਜ ਕੋਈ ਹੈ ਨਹੀਂ ਮੁਕਤੀ ਦਾਤਾ। ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ। ਮਹਾਰਾਜ ਕਹਿਣ ਲੱਗੇ, ਹੇ ਭਾਈ, ਇਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਹਮੇਸ਼ਾ ਹੀ ਮੁਖ ਦੇ ਨਾਲ ਜਪੋ। ਅਰਦਾਸ ਤਿਹਾਵਲ ਕੀ ਕਰੀਏ। ਫਿਰ ਜਿਹੜਾ ਹੈ ਰਲ ਮਿਲ ਕੇ ਕੜਾਹ ਪ੍ਰਸ਼ਾਦੀ 3 ਮੇਲ ਦੀ ਜਿਹੜੀ ਹੈ ਦੇਗ ਕਰ ਲਈਏ ਤੇ ਬਾਅਦ ਵਿੱਚ ਇਕੱਠਿਆਂ ਹੋ ਕੇ ਅਰਦਾਸ ਕਰੀਏ। ਮਨ ਕਾਮਨਾ ਪੂਰਨ ਹੋਵੇਗੀ। ਤੁਹਾਡੇ ਮਨ ਦੀ ਜਿਹੜੀ ਵੀ ਕਾਮਨਾ ਇੱਛਾ ਹੋਊਗੀ ਉਹ ਪੂਰਨ ਹੋ ਜਾਵੇਗੀ। ਤੇ ਅਰਦਾਸ ਕਰਨੀ ਹੈ ਹੱਥ ਜੋੜ ਕੇ, ਫਿਰ 3 ਮੇਲ ਦਾ ਪ੍ਰਸ਼ਾਦ ਕਰਕੇ ਉਹ ਵਰਤਾਉਣਾ ਹੈ। ਹਰ ਕੀਰਤ ਪ੍ਰੀਤ ਹਿਰਦੇ ਧਰੀਏ। ਹਰੀ ਪਰਮੇਸ਼ਰ ਦੀ ਜਿਹੜੀ ਕੀਰਤੀ ਵਡਿਆਈ ਹੈ ਉਹਦੇ ਵਿੱਚ ਪ੍ਰੀਤੀ ਸਦਾ ਹੀ ਹਿਰਦੇ ਦੀ ਰੱਖੀਏ। ਸਤ ਸੰਗਤ ਸੋ ਮਿਲ ਕਾਲ ਬਿਤਾਵਹੁ। ਵੱਧ ਤੋਂ ਵੱਧ ਜਿਹੜਾ ਸਮਾਂ ਹੈ ਉਹ ਸਤਿਪੁਰਸ਼ਾਂ ਦੀ ਸੰਗਤ, ਪਰਮੇਸ਼ਰ ਦੀ ਜਿਹੜੀ ਸਤ ਸੰਗਤ ਹੈ ਉਹਦੇ ਵਿੱਚ ਮਿਲ ਕਰਕੇ ਉਹ ਸਮਾਂ ਬਿਤਾਓ, ਲੰਘਾਓ। ਮੈਲ ਅਮੰਗਲ ਕੀ ਹਰੀਏ। ਮੈਲ ਜਿਹੜੀ ਦੁੱਖਾਂ ਦੀ ਹੈ, ਪਾਪਾਂ ਦੀ ਹੈ, ਉਹਨੂੰ ਨਾਸ ਕਰੀਏ। ਇਹ ਭਾਂਤ ਦਇਓ ਉਪਦੇਸ਼ ਤਨਾ। ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਉੱਥੋਂ ਦੇ ਲੋਕਾਂ ਨੂੰ। ਪੁਨ ਆਪ ਚੱਲੇ ਬਿਖ ਜਾਂ ਤਰੀਏ। ਫਿਰ ਮਹਾਰਾਜ ਆਪ ਅੱਗੇ ਨੂੰ ਚੱਲੇ ਹੈ, ਜਿਨ੍ਹਾਂ ਦਾ ਦਰਸ਼ਨ ਕਰਕੇ ਤਰ ਜਾਈਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸਿਫਰ ਗੁਰਭਾਸ ਨਾ ਭਰਿਆ ਰਹੇ। ਐਸੇ ਮਹਾਰਾਜ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਤਰ ਜਾਈਦਾ, ਅੱਗੇ ਵੱਲ ਚੱਲ ਪਏ ਹੈ। ਇਹ ਢਾਕੇ ਤੋਂ 5 ਮੀਲ ਤੇ ਧਨਪੁਰ ਗਿਰਾ ਸ਼ਹਿਰ ਹੈ, ਜਿੱਥੇ ਮਹਾਰਾਜ ਦੀ ਸਾਖੀ ਸਾਰੀ ਬਤੀਤ ਹੋਈ, ਜਿੱਥੇ ਗੁਰੂ ਮਹਾਰਾਜ ਨੇ ਜੀਵਾਂ ਨੂੰ ਉਤਾਰਿਆ ਉੱਥੇ। ਤੇ ਫਿਰ ਜਦੋਂ ਗੁਰੂ ਸਾਹਿਬ ਜੀ ਚੱਲੇ ਸਨ, ਇੱਥੋਂ ਦੇ ਸੰਗਤ ਨੇ ਇਕੱਠਿਆਂ ਹੋ ਕੇ ਕਿਹਾ ਸੀ, ਮਹਾਰਾਜ ਕੋਈ ਨਾ ਕੋਈ ਆਪਣੀ ਨਿਸ਼ਾਨੀ ਦੇ ਕੇ ਜਾਓ ਜਿਸ ਕਰਕੇ ਅਸੀਂ ਉਹਦੀ ਪੂਜਾ ਕਰਦੇ ਰਹੀਏ, ਤੁਹਾਡੇ ਯਾਦ ਸਾਡੇ ਹਿਰਦੇ 'ਚ ਵਸਦੀ ਰਹੇ। ਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਇੱਕ ਬਰਸ਼ਾ ਦਿੱਤਾ ਸੀ। ਉਹ ਬਰਸ਼ੇ ਦੀ ਬਖਸ਼ਿਸ਼ ਲੈ ਕੇ ਫਿਰ ਇਹਨਾਂ ਨੇ ਰੱਖ ਲਈ ਤੇ ਹਮੇਸ਼ਾ ਹੀ ਉਹਦੀ ਸੇਵਾ ਕਰਦੇ। ਕਹਿੰਦੇ ਅੱਜ ਵੀ ਉਹ ਬਰਸ਼ਾ ਮਹਾਰਾਜ ਜੀ ਦਾ ਦਿੱਤਾ ਹੋਇਆ ਉੱਥੇ ਹੈ। ਗੁਰੂ ਮਹਾਰਾਜ ਨੇ ਧਨਪੁਰ ਨੂੰ ਤਾਰ ਕੇ ਢਾਕੇ, ਬੰਗਾਲ ਦੇ ਸ਼ਹਿਰ ਢਾਕੇ ਦੇ ਇਲਾਕੇ ਨੂੰ ਤਾਰ ਕੇ ਅੱਗੇ ਨੂੰ ਚਲੇ ਗਏ ਹੈ। ਦੋਹਰਾ ਆਸ ਪ੍ਰਕਾਰ ਕੀ ਸਮਤ ਦੇ। ਇਸ ਤਰ੍ਹਾਂ ਦੀ ਇੱਥੋਂ ਦੇ ਸੰਗਤ ਨੂੰ ਸ੍ਰੇਸ਼ਟ ਮਤ ਦੇ ਕੇ ਅਨੰਤ ਦੇਸ਼ ਜਗਤੇਸ਼। ਜਗਤ ਦੇ ਮਾਲਕ ਮਹਾਰਾਜ ਹੋਰ ਦੇਸ਼ ਨੂੰ ਗਵਨੇ ਪੂਰਨ ਕਾਮਨਾ। ਇਹਨਾਂ ਦੀਆਂ ਕਾਮਨਾਵਾਂ ਪੂਰਨ ਕਰਕੇ ਫਲ ਦੇ ਕੇ ਇਹਨਾਂ ਨੂੰ ਅੱਗੇ ਚੱਲੇ ਹੈ। ਜੋ ਸ਼ਿਵਨਾਭ ਨਰੇਸ਼। ਜੋ ਸ਼ਿਵਨਾਭ ਰਾਜਾ ਸੀ ਸੰਗਲਾ ਦੀਪ ਦਾ, ਉਹਦੇ ਵੱਲ ਨੂੰ ਗੁਰੂ ਸਾਹਿਬ ਜੀ ਚੱਲ ਪਏ ਹਨ। ਏਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਕਾਵਰੂ ਦੇਸ਼ ਪ੍ਰਸੰਗ ਵਰਣਨ ਨਾਮ 46ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ 46ਵਾਂ ਅਧਿਆਏ ਉਹ ਸਮਾਪਤ ਹੋ ਗਿਆ ਹੈ। ਦੋਹਰਾ
ਸ੍ਰੀ ਗੁਰਪਦ ਨਖ ਕਾਂਤ ਜੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨਾਂ ਦੇ ਨੌ ਹਨ, ਉਹਨਾਂ ਦੀ ਜਿਹੜੀ ਸੁੰਦਰਤਾ ਹੈ, ਕ੍ਰਾਂਤੀ ਹੈ। ਰੁਚਿਰ ਚੰਦਰਿਕਾ ਮਾਨ, ਜਿਵੇਂ ਚੰਦਰਮਾ ਦੀ ਚਾਂਦਨੀ ਬੜੀ ਸੋਹਣੀ ਹੈ, ਇਸ ਤਰ੍ਹਾਂ ਦਾ ਮਨ, ਇਸ ਤਰ੍ਹਾਂ ਦੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨੌ ਮੰਨ ਕੇ ਕਰ ਚਕੋਰ ਮਨ ਆਪਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਆਪਣੇ ਮਨ ਨੂੰ ਚਕੋਰ ਵਾਂਗ ਕਰਕੇ ਕਹਾਂ ਕਥਾ ਗਤ ਦਾਨ, ਮੁਕਤੀ ਦਾਤੇ ਸਤਿਗੁਰੂ ਜੀ ਦੀ ਮੁਕਤੀ ਦੇਣ ਵਾਲੀ ਕਥਾ ਕਹਿੰਦਾ ਹਾਂ। ਸ੍ਰੀ ਬਾਲਾ ਸੰਦਰ ਵਾਚ ਚੌਪਈ, ਅਬ ਸ੍ਰੀ ਨਾਨਕ ਕੀਨ ਪਿਆਨਾ। ਇਸ ਤਰ੍ਹਾਂ ਗੁਰੂ ਮਹਾਰਾਜ ਉਸ ਢਾਕੇ ਸ਼ਹਿਰ ਦੇ ਇਲਾਕੇ ਵਿੱਚੋਂ ਹੁਣ ਮਹਾਰਾਜ ਜੀ ਨੇ ਅਗਲੇ ਪਾਸੇ ਚਾਲਾਕ ਮਾਰਨਾ ਕੀਤਾ ਹੈ। ਮੈਂ ਪੁਨ ਸੰਗ ਦਤੀ ਮਰਦਾਨਾ। ਭਾਈ ਬਾਲਾ ਜੀ ਕਹਿੰਦੇ, ਇੱਕ ਤੇ ਮੈਂ ਹਾਂ, ਦੂਸਰਾ ਭਾਈ ਮਰਦਾਨਾ ਹੈ ਨਾਲ। ਤੇ ਕਰ ਕਿਤਕ ਥਾਨ ਉਪਦੇਸ਼ਾ, ਕਈ ਥਾਵਾਂ ਤੇ ਸਤਿਗੁਰੂ ਜੀ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮਹਾਨ ਉਪਦੇਸ਼ ਦੇ ਕੇ ਸਿਮਰਹੁ ਸਤਨਾਮ ਜਗਤੇਸ਼ਾ। ਇਹੀ ਕਿਹਾ ਵੀ ਜੋ ਜਗਤ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਜੋ ਸੱਚਾ ਨਾਮ ਵਾਹਿਗੁਰੂ ਹੈ, ਉਸ ਨੂੰ ਭਾਈ ਰਾਤ ਦਿਨ ਚੇਤੇ ਕਰੋ, ਯਾਦ ਕਰੋ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ। ਰਸਤੇ ਵਿੱਚ ਜਿੱਥੇ ਕੋਈ ਪਿੰਡ ਆ ਗਿਆ ਹੈ, ਕੋਈ ਸ਼ਹਿਰ ਆ ਗਿਆ ਹੈ, ਉਹ ਸਾਰਿਆਂ ਪਿੰਡਾਂ ਸ਼ਹਿਰਾਂ ਵਿੱਚ ਜੋ ਭਾਵ ਭਗਤੀ ਦਾ ਚੰਗਾ ਮਾਰਗ, ਸ੍ਰੇਸ਼ਟ ਮਾਰਗ ਹੈ, ਉਹੀਓ ਮਹਾਰਾਜ ਨੇ ਪ੍ਰਗਟਾਇਆ ਹੈ। ਚਲਤ ਚਲਤ ਸਾਗਰ ਪਨ ਆਵਾ, ਚੱਲਦਿਆਂ ਚੱਲਦਿਆਂ ਸਤਿਗੁਰਾਂ ਨੂੰ ਫਿਰ ਜਿਹੜਾ ਸਮੁੰਦਰ ਆ ਗਿਆ। ਜਾਏ ਭਏ ਠਾਂਡੇ ਤਿਹ ਤੀਰਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਸਮੁੰਦਰ ਦੇ ਕੰਢੇ ਜਾ ਕੇ ਖੜੇ ਹੋ ਗਏ। ਬੋਲੇ ਸ੍ਰੀ ਮੁਖ ਵਾਕ ਗੰਭੀਰਾ। ਉਸ ਵਕਤ ਭਾਈ ਬਾਲਾ ਜੀ ਕਹਿੰਦੇ, ਜੋ ਗੈਰ ਗੰਭੀਰ ਸਤਿਗੁਰੂ ਹੈ, ਮੈਨੂੰ ਮਹਾਰਾਜ ਇਸ ਤਰ੍ਹਾਂ ਬਚਨ ਬੋਲੇ ਐ। ਕਹੋ ਬਾਲਾ ਸਾਗਰ ਅਸਗਾਹਾ। ਭਾਈ ਬਾਲਾ, ਇਹ ਜਿਹੜਾ ਸਮੁੰਦਰ ਹੈ ਬੜਾ ਡੂੰਘਾ ਹੈ, ਵੀ ਦੱਸ। ਕਹੋ ਨਾ ਪਈਤ ਇਹ ਕੋ ਥਾਹਾ। ਇਸ ਦਾ ਜਿਹੜਾ ਥਾ ਵੀ ਕਿੰਨਾ ਕੁ ਡੂੰਘਾ, ਉਹ ਕਿਸੇ ਤਰ੍ਹਾਂ ਵੀ ਪਾਇਆ ਨਹੀਂ ਜਾ ਸਕਦਾ ਵੀ ਕਿੰਨਾ ਕੁ ਡੂੰਘਾ ਹੈ ਸਮੁੰਦਰ। ਜਾਣੋ ਪਾਰ ਚਾਹਤ ਹਮ ਮਨ ਮੈਂ। ਪਰ ਅਸੀਂ ਮਨ ਦੇ ਵਿੱਚ ਇਸ ਸਮੁੰਦਰ ਤੋਂ ਪਾਰ ਜਾਣਾ ਚਾਹੁੰਦੇ ਹਾਂ। ਇਸ ਪ੍ਰਕਾਰ ਗਮਨ ਅਬ ਬਨ ਮੈਂ। ਇਸ ਕਰਕੇ ਭਾਈ ਬਾਲਾ, ਹੁਣ ਆ ਜਲ ਦੇ ਉੱਪਰ ਅਸੀਂ ਕਿਸ ਤਰ੍ਹਾਂ ਜਿਹੜਾ ਚੱਲਣਾ ਕਰਾਂਗੇ। ਨਿਕਟ ਨਾ ਕੋ ਅਬ ਆਏ ਜਹਾਜਾ। ਕਿਉਂਕਿ ਹੁਣ ਜਿਹੜਾ ਹੈ ਕੋਈ ਜਹਾਜ਼ ਵੀ ਨੇੜੇ ਆਉਂਦਾ ਨਹੀਂ ਦਿਸ ਰਿਹਾ। ਜਾਤੇ ਪਾਰ ਜਾਨ ਹੋਇਆ ਰਕਾਜਾ। ਜਿਸ ਕਰਕੇ ਵੀ ਅਸੀਂ ਪਾਰ ਹੋ ਜਾਵਾਂਗੇ, ਪਾਰ ਹੋਣ ਦਾ ਕੰਮ ਹੋ ਜਾਵੇ। ਤੂੰ ਸਿਆਣੋ ਕਛ ਮਸਲਤ ਦੀਜਾ। ਹੁਣ ਮਹਾਰਾਜ ਤੇ ਸਭ ਤੋਂ ਸਿਆਣੇ ਹੈ, ਪਰ ਗੁਰੂ ਸਾਹਿਬ ਦੀ ਮੌਜ ਹੈ। ਮਹਾਰਾਜ ਕਹਿੰਦੇ, ਭਾਈ ਬਾਲਾ, ਤੁਸੀਂ ਸਾਡੇ ਤੋਂ ਉਮਰ ਤੋਂ ਵੱਡੇ ਹੋ, ਸਿਆਣੇ ਹੋ, ਕੋਈ ਸਲਾਹ ਹੀ ਦੇ ਦਈਏ। ਜਿਸ ਪ੍ਰਕਾਰ ਤੇ ਗਮਨ ਕਰੀਜਾ। ਜਿਸ ਤਰ੍ਹਾਂ ਕਰਕੇ ਅਸੀਂ ਆ ਸਮੁੰਦਰ ਤੋਂ ਪਾਰ ਚੱਲਣਾ ਕਰੀਏ। ਸੁਣੀਏ ਸ੍ਰੀ ਅੰਗਦ ਗਤ ਦਾਨੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਕਹਿੰਦੇ, ਸੱਚੇ ਪਾਤਸ਼ਾਹ ਮੁਕਤੀ ਦਾਤਾ ਮਹਾਰਾਜ, ਮੇਰਾ ਬਚਨ ਸੁਣੀਏ। ਫਿਰ ਮੈਂ ਮਹਾਰਾਜ ਨੇ ਇਸ ਤਰ੍ਹਾਂ ਕਿਹਾ, ਗੁਰ ਸੋ ਮੈਂ ਬੋਲਿਓ ਅਸਬਾਨੀ। ਗੁਰੂ ਨਾਨਕ ਦੇਵ ਮਹਾਰਾਜ ਨਾਲ ਮੈਂ ਇਸ ਤਰ੍ਹਾਂ ਦਾ ਬਾਣੀ ਬਚਨ ਬੋਲਿਆ। ਜੋ ਪਾਹਨ ਲੈ ਔਰ ਡੁਬੰਤੇ। ਮਹਾਰਾਜ, ਜੋ ਪੱਥਰ ਹੁੰਦੇ ਉਹ ਤੇ ਹੋਰਾਂ ਨੂੰ ਲੈ ਡੁੱਬਦੇ ਹਨ। ਤੁਮਰੇ ਬਚਨ ਨਾ ਤੇ ਸੋ ਤਰੰਤੇ। ਪਰ ਜੇ ਤੁਹਾਡਾ ਨਾ ਪੱਥਰਾਂ ਨੂੰ ਬਚਨ ਹੋ ਜਾਵੇ ਤੇ ਉਹ ਜਿਹੜੇ ਪੱਥਰ ਭਾਰੇ ਉਹ ਵੀ ਤਰਨ ਲੱਗ ਪੈਂਦੇ ਹਨ। ਗੁਰੂ ਏ ਗਿਰ ਸਾਗਰ ਪਰ ਤਾਰੇ। ਤੁਸਾਂ ਨੇ ਤੇ ਮਹਾਰਾਜ ਬਚਨਾਂ ਨਾਲ ਬੜੇ ਬੜੇ ਤਕੜੇ ਜਿਹੜੇ ਪਹਾੜ ਹੈ ਉਹ ਵੀ ਸਮੁੰਦਰ ਉੱਪਰ ਤਾਰ ਦਿੱਤੇ ਹਨ। ਮਾਨਵ ਕੀ ਕਿਆ ਗੰਤ ਉਚਾਰੇ। ਮਨੁੱਖ ਦੀ ਮਹਾਰਾਜ ਕੀ ਗਿਣਤੀ ਕੋਈ ਕਹੇ।
ਵੀ ਮਨੁੱਖ ਨਹੀਂ ਤਰ ਸਕਦਾ, ਤੁਸਾਂ ਨੇ ਤੇ ਵੱਡੇ ਵੱਡੇ ਪਹਾੜ ਤਾਰ ਦਿੱਤੇ ਹਨ। ਨਾਮ ਲੈ ਜੋ ਤੁਮ ਦਿਨ ਰਾਨਾ। ਸਤਿਗੁਰ ਜੀ ਜਿਹੜਾ ਵੀ ਤੁਹਾਡਾ ਸਿੱਖ ਹੋ ਕੇ ਰਾਤ ਦਿਨ ਤੁਹਾਡਾ ਨਾਮ ਲਏਗਾ, ਸੋ ਭਉ ਜਲ ਲੰਘੈ ਸੁਖ ਚਾਨਾ। ਉਹ ਜਿਹੜਾ ਭੈ ਦੇ ਜਲ ਨਾਲ ਭਰਿਆ ਇਹ ਸੰਸਾਰ ਹੈ, ਬੜਾ ਸੁਖ ਸ਼ਾਂਤੀ ਚੈਨ ਨਾਲ ਹੀ ਪਾਰ ਲੰਘ ਜਾਏਗਾ। ਇਹ ਸਾਗਰ ਕਿਆ ਤਰਨ ਦੁਹੇਲਾ। ਮਹਾਰਾਜ ਇਹ ਜਿਹੜਾ ਸਮੁੰਦਰ ਹੈ, ਇਹ ਭਲਾ ਤਰਨਾ ਕੀ ਔਖਾ ਹੈ। ਜਿੱਥੇ ਤੁਹਾਡਾ ਬਚਨ ਹੋ ਗਿਆ ਉੱਥੇ ਦੇ ਸਭ ਤਾਰੀ ਜਾਣਗੇ। ਤਾਰਹੁ ਭਉ ਜਲ ਭੂਰ ਸੁਹੇਲਾ। ਤੁਹਾਡੇ ਬਚਨਾਂ ਕਰਕੇ ਤੇ ਜਿਹੜਾ ਸੰਸਾਰ ਸਮੁੰਦਰ ਭੈ ਦੇ ਜਲ ਨਾਲ ਭਰਿਆ, ਬੜਾ ਸੌਖਾ ਹੀ ਉਹ ਮਨੁੱਖ ਤਰ ਜਾਵੇਗਾ ਜਿੱਥੇ ਤੁਹਾਡੀ ਮਿਹਰ ਹੋ ਜਾਵੇਗੀ। ਜਿਹੜਾ ਮਨੁੱਖ ਤੁਹਾਡਾ ਨਾਮ ਲਵੇਗਾ ਸੌਖਾ ਹੀ ਪਾਰ ਲੰਘ ਜਾਵੇਗਾ ਸੰਸਾਰ ਸਮੁੰਦਰ ਤੋਂ। ਸੋਨਾ ਪ੍ਰਸੀਦ ਪੇ ਬਹੁ ਗਤ ਦਾਨੀ। ਭਾਈ ਬਾਲਾ ਜੀ ਕਹਿੰਦੇ ਆ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਦੋਂ ਮੈਂ ਇਸ ਤਰ੍ਹਾਂ ਦੇ ਬਚਨ ਜੇ ਕਹੇ ਹੈ, ਮੁਕਤੀ ਦਾਤੇ ਮਹਾਰਾਜ ਸੁਣ ਕੇ ਮੇਰੇ ਉੱਪਰ ਤੇ ਬਹੁਤ ਪ੍ਰਸੰਨ ਹੋ ਗਏ। ਬੋਲੇ ਪਰਮ ਮਨੋਹਰ ਬਾਣੀ। ਜੋ ਮਨ ਨੂੰ ਚਰਾਉਣ ਵਾਲੀ ਬਾਣੀ ਹੈ, ਮਨ ਨੂੰ ਮੋਹਿਤ ਕਰਨ ਵਾਲੀ ਬਾਣੀ, ਉਹਦੇ ਵਿੱਚ ਬਚਨ ਬੋਲੇ ਮਹਾਨ। ਸ੍ਰੀ ਮੁਖ ਵਾਕ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਸ੍ਰੀ ਮੁਖ ਵਾਕ ਸੋਭਾ ਵਾਲੇ ਮੁਖ ਤੋਂ ਮਹਾਰਾਜ ਇਸ ਤਰ੍ਹਾਂ ਕਹਿ ਕੇ ਇਹ ਮਹਾ ਮੰਤਰ ਦਾ ਜਾਪ ਕਰਕੇ ਭਾਈ ਬਾਲੇ ਦੇ ਭਾਈ ਮਰਦਾਨੇ ਨੂੰ ਕਿਹਾ। ਚੌਪਈ ਇਹੋ ਸਲੋਕ ਪਾਠ ਕਰ ਮੁਖ ਆਛੇ। ਇੱਥੇ ਭਾਈ ਸੰਤੋਖ ਸਿੰਘ ਨੇ ਸ਼ਲੋਕ ਲਿਖਿਆ ਹੋਇਆ, ਉਂਝੇ ਮਹਾ ਮੰਤਰ ਹੈ, ਕਈ ਇਹਨੂੰ ਮੂਲ ਮੰਤਰ ਕਹਿ ਦਿੰਦੇ ਹੈ, ਅਸਲ ਵਿੱਚ ਇਹ ਮਹਾ ਮੰਤਰ ਹੈ। ਮਹਾਰਾਜ ਨੇ ਕਿਹਾ ਹੈ ਕਿ ਇਹ ਭਾਈ ਬਾਲਾ, ਹੈ ਭਾਈ ਮਰਦਾਨਾ, ਮੁਖ ਵਿੱਚ ਚੰਗੀ ਤਰ੍ਹਾਂ ਇਸ ਮਹਾ ਮੰਤਰ ਨੂੰ ਪੜ੍ਹ ਕੇ ਆਵਹੁ ਗਮਨੇ ਹਮਰੇ ਪਾਛੇ। ਆ ਸਾਡੇ ਪਿੱਛੇ ਪਿੱਛੇ ਚੱਲਦੇ ਇਹ ਮੰਤਰ ਪੜ੍ਹਦੇ ਆਈ ਜਾਓ। ਆਸ ਕਹਿ ਸਾਗਰ ਪਰ ਗੁਣ ਖਾਨੀ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਜੋ ਗੁਣਾ ਦੀ ਖਾਣ ਸਮੁੰਦਰ ਉੱਪਰ ਚੱਲੇ ਜਾਤ ਪਗ ਸ਼ਵੈਤ ਨਾ ਪਾਣੀ। ਰਸ ਮਹਾਰਾਜ ਚੱਲੇ ਜਾ ਰਹੇ ਸਮੁੰਦਰ ਉੱਪਰ ਤੇ ਚਰਨਾਂ ਨੂੰ ਜਿਹੜਾ ਪਾਣੀ ਉਹ ਛੂ ਹੀ ਨਹੀਂ ਰਿਹਾ। ਸ੍ਰੀ ਗੁਰ ਪਾਸ਼ੇ ਮੈਂ ਮਰਦਾਨਾ। ਜਿਹੜਾ ਸਾਧ ਸੰਗਤ ਜੀ ਕਿ ਮਹਾਰਾਜ ਦੇ ਚਰਨਾਂ ਨੂੰ ਜਲ ਨਹੀਂ ਛੋਇਆ ਹੈ, ਇਹ ਕੋਈ ਮਹਾਰਾਜ ਵਾਸਤੇ ਕੋਈ ਕਠਿਨ ਗੱਲ ਨਹੀਂ ਹੈ। ਗੁਰਬਾਣੀ 'ਚ ਬਚਨ ਹੈ, ਕਰਨ ਹਾਰ ਕੋ ਕਿਛ ਅਚਰਜ ਨਾਹੀਂ। ਵੀ ਕਰਨ ਵਾਲੇ ਪਰਮੇਸ਼ਰ ਨੂੰ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੁੰਦੀ ਵੀ ਪਾਣੀ 'ਤੇ ਤਰ ਲੈਣਾ। ਇਹ ਕੋਈ ਵੱਡੀ ਸਤਿਗੁਰ ਜੀ ਵਾਸਤੇ ਕਰਾਮਾਤ ਨਹੀਂ ਹੈ, ਕਿਉਂਕਿ ਪਾਣੀ ਉੱਤੇ ਜਿਹੜਾ ਤਰ ਲੈਣਾ ਇਹ ਸ਼ਕਤੀਆਂ, ਇਹ ਅਣਹੋਣੀ ਗੱਲ ਕਹਿ ਦੇਣੀ ਵੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਕਰਾਮਾਤ ਜੀ ਕਹਿਰ ਦਾ ਨਾਮ ਹੈ, ਇਹ ਕਿਤੇ ਹੋ ਸਕਦਾ। ਇਹ ਸਾਡੀ ਲੋਕਾਂ ਦੀ ਭੁੱਲ ਹੈ। ਨਹੀਂ ਤੇ ਜਿਹੜੇ ਯੋਗੀ ਲੋਕ ਹੈ, ਯੋਗ ਦਰਸ਼ਨ ਵਿੱਚ ਲਿਖਿਆ ਹੋਇਆ ਹੈ, ਜਿਹੜੇ ਧਿਆਨ ਧਾਰਨਾ ਸਮਾਧੀ ਲਾਉਂਦੇ ਆ ਉਹਨਾਂ 'ਚ ਸਿੱਧੀਆਂ ਆ ਜਾਂਦੀਆਂ ਤੇ ਉਹ ਇਹ ਕੁਝ ਸਭ ਕੁਝ ਕਰ ਹੀ ਲੈਂਦੇ ਆ। ਤੇ ਮਹਾਰਾਜ ਦੇ ਤੇ ਪਿੱਛੇ ਪਿੱਛੇ ਫਿਰਦੀਆਂ ਨਵ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਹੈ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾਉਂਦੇ ਆ ਉਹਨਾਂ ਦੇ ਪਿੱਛੇ 18 ਸਿੱਧੀਆਂ 9 ਨਿਧੀਆਂ ਲੱਗੀਆਂ ਫਿਰਦੀਆਂ। ਤੇ ਗੁਰੂ ਨਾਨਕ ਸਾਹਿਬ ਜੀ ਤੇ ਉਹ ਪਰਮੇਸ਼ਰ ਰੂਪ ਜਿਹੜੇ ਨਾਮ ਬਖਸ਼ ਰਹੇ ਹੈ, ਵਸਾਉਣਾ ਤੇ ਅਸੀਂ ਹੈ, ਗੁਰੂ ਜੀ ਤੇ ਬਖਸ਼ ਰਹੇ ਸਾਨੂੰ। ਯੋਗ ਦਰਸ਼ਨ ਦਾ ਜਿਹੜਾ ਵਿਭੂਤੀ ਪਾਦ ਹੈ ਉਹਦੇ ਵਿੱਚ 38ਵੇਂ ਅੰਕ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਧਿਆਨ ਧਾਰਨਾ ਸਮਾਧੀ ਪੂਰੀ ਲਾ ਲੈਂਦਾ ਉਹਦਾ ਜਲ 'ਤੇ ਵੀ ਤਰ ਲੈਂਦਾ ਜੋਗੀ। ਉਹ ਚਿੱਕੜ ਦੇ ਉੱਤੇ ਕੰਡਿਆਂ ਦੇ ਉੱਤੇ ਤੁਰ ਲੈਂਦਾ ਹੈ। ਉਹ ਇਸੇ ਤਰ੍ਹਾਂ ਹੀ ਜੋ ਹਜ਼ਰਤ ਈਸਾ ਜੀ ਹੈ, ਜਿਨ੍ਹਾਂ ਨੂੰ ਯਿਸੂ ਮਸੀਹ ਕਿਹਾ ਜਾਂਦਾ ਹੈ, ਉਹਨਾਂ ਦੇ ਸੰਬੰਧ ਵਿੱਚ ਵੀ ਇੱਕ ਮੱਤੀ ਦੀ ਜਿਹੜੀ ਅੰਜੀਲ ਬਾਬ ਹੈ ਉਹਦੀ 5ਵੀਂ ਆਇਤ ਵਿੱਚ ਲਿਖਿਆ ਹੋਇਆ ਵੀ ਈਸਾ ਮਸੀਹ ਜੀ ਵੀ ਜਲ ਦੇ ਉੱਪਰ ਤਰੇ ਸਨ। ਉਹ ਵੀ ਤਰਦੇ ਰਹੇ ਜਲ ਦੇ ਉੱਪਰ, ਐਵੇਂ ਤੁਰਦੇ ਰਹੇ ਸਿੱਧਾ ਹੀ।
ਤੇ ਹੋਰ ਵੀ ਪ੍ਰਮਾਣ ਹੈ। ਇੱਕ ਕਿਤਾਬ ਲਿਖੀ ਹੋਈ ਹੈ, ਜਿੱਥੇ ਪੱਛਮੀ ਇਲਾਕਾ, ਜਿੱਥੇ ਅੱਜ ਕੱਲ੍ਹ ਹੁਣ ਸਾਇੰਸ ਦਾ ਹੀ ਬਹੁਤਾ ਡੰਕਾ ਵੱਜ ਰਿਹਾ ਵੀ ਸਾਇੰਸ ਹੀ ਪ੍ਰਧਾਨ ਹੈ। ਜਿਵੇਂ ਰਣਜੀਤ ਸਿੰਘ ਢੰਡਰੀਆਂ ਵਾਲਾ ਕਹਿੰਦਾ ਰਹਿੰਦਾ ਵੀ ਸਾਇੰਸ ਹੀ ਸਾਇੰਸ ਹੈ, ਅਤੇ ਨੇਕੀ ਦੇ ਬੰਦੇ ਵੀ ਕਹਿੰਦੇ ਵੀ ਸਾਇੰਸ ਹੀ ਸਾਇੰਸ ਹੈ। ਉਸ ਇਲਾਕੇ ਦੇ ਵਿੱਚ ਇੱਕ ਮਾਈ ਹੋਈ ਹੈ, ਉਹਨੇ ਕਿਤਾਬ ਲਿਖੀ ਹੈ ਕਾਂਕੈਸਟ ਆਫ ਡੈਥ। ਉਹਨੇ ਲਿਖਿਆ ਵੀ ਮੈਂ ਜਿਹੜਾ ਹੈ ਆਪਣੇ ਮੰਜੇ ਉੱਤੇ ਸਾਂ। ਉਹਨੇ ਕੋਈ ਸਿੱਧੀ ਪ੍ਰਾਪਤ ਕੀਤੀ ਸੀ ਅਤੇ ਮੰਜੇ ਸਮੇਤ ਹੀ ਕਹਿੰਦੇ ਮੈਂ ਐਸੀ ਉੱਚੀ ਉੱਠੀ ਅਤੇ ਆਪਣਾ ਜਿਹੜਾ ਹੈ ਮੰਜੇ ਸਮੇਤ ਆਪਣੇ ਨੂੰ ਉਠਾ ਕੇ ਅਤੇ ਛੱਤ ਨਾਲ ਲਾ ਦਿੱਤਾ। ਉਹਨੇ ਕਿਤਾਬ ਲਿਖੀ ਇੱਕ ਕਾਂਕੈਸਟ ਆਫ ਡੈਥ। ਉਹ ਕਿਤਾਬ ਵਿੱਚ ਲਿਖਿਆ ਹੋਇਆ ਸਾਰਾ ਹੈ। ਫਿਰ ਉਹਨੇ ਵੀ ਲਿਖਿਆ ਇੱਕ ਮਜ਼ਬੂਤ ਮੇਜ਼ 'ਤੇ ਮੈਂ ਬੈਠ ਕੇ ਅਤੇ ਆਪਣੇ ਧਿਆਨ ਦੇ ਰਾਹੀਂ ਮੇਜ਼ ਸਮੇਤ ਹੀ ਆਪਣੇ ਆਪ ਨੂੰ ਚੁੱਕ ਕੇ ਇੰਨਾ ਉਠਾ ਲਿਆ ਉੱਪਰ, ਆਪਣਾ ਸਿਰ ਜਿਹੜਾ ਮੇਜ਼ ਸਮੇਤ ਹੀ ਛੱਤ ਨਾਲ ਲਾ ਦਿੱਤਾ। ਜਦੋਂ ਇਹੋ ਜਿਹੇ ਕਈ ਸਿੱਧੀਆਂ ਪ੍ਰਾਪਤ ਕਰਕੇ ਲਾ ਸਕਦੇ ਆਪਣਾ ਸਿਰ, ਅਤੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਆ ਜਾਂਦੀ, ਉੱਥੇ ਫਿਰ ਕੀ ਘਾਟ ਹੈ। ਮਹਾਰਾਜ ਤੇ ਆਤਮ ਬਲ ਵਿੱਚ ਕਹਿ ਹੀ ਨਹੀਂ ਸਕਦੇ ਵੀ ਕਿੰਨਾ ਬਲ ਸਤਿਗੁਰੂ ਜੀ ਦਾ ਪਰਮੇਸ਼ਰ ਰੂਪ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਫਿਰ ਆਹ ਸਮੁੰਦਰ 'ਤੇ ਜਿਹੜਾ ਚੱਲਣਾ ਕੋਈ ਵੱਡੀ ਗੱਲ ਨਹੀਂ ਮਹਾਰਾਜ ਵਾਸਤੇ, ਕਿਉਂਕਿ ਕਈ ਸੁਣ ਕੇ ਕਹਿ ਲੈਂਦੇ ਲਓ ਜੀ ਆਹ ਤੇ ਸਿੱਧੀ ਸ਼ਕਤੀ ਦੀ ਗੱਲ ਕਰ ਦਿੱਤੀ ਹੈ। ਮਹਾਰਾਜ ਨੇ ਕਰਾਮਾਤ ਨਾਮ ਕਹਿਰ ਦਾ ਕਿਹਾ ਹੈ, ਤੇ ਕਰਾਮਾਤ ਹੋ ਗਈ ਹੈ ਵੀ ਕੌਡੇ ਰਾਖਸ਼ ਵਰਗਿਆਂ ਇਹਦੇ ਟੇਢਿਆਂ ਨੂੰ ਤਾਰ ਦੇਣਾ, ਉਹ ਕਰਾਮਾਤ ਨਹੀਂ ਹੈ। ਮੱਕਾ ਘੁਮਾ ਦੇਣਾ ਕਿ ਉਹ ਕਰਾਮਾਤ ਨਹੀਂ ਹੈ। ਇਹ ਸ਼ਕਤੀਆਂ ਤੇ ਸਭ ਹੈ। ਅਰਦਾਸਾਂ ਕਰਦੇ ਹੁਣ ਪੂਰੀਆਂ ਹੁੰਦੀਆਂ, ਕੀ ਇਹ ਕਰਾਮਾਤ ਨਹੀਂ ਹੈ। ਆ ਨਿੱਤ ਜਿਹੜੇ ਆ ਕਈ ਜਨਮ ਲੈਂਦੇ ਆ, ਸਰੀਰ ਬਣਦੇ ਆ ਮਾਂ ਦੇ ਪੇਟ ਵਿੱਚ, ਕੀ ਇਹ ਕਰਾਮਾਤ ਨਹੀਂ ਪਰਮੇਸ਼ਰ ਦੀ। ਪਰ ਉਹ ਕਹਿੰਦੇ ਕਰਾਮਾਤ ਨਾਮ ਕਹਿਰਦਾ ਹੈ, ਅਤੇ ਇਹਨਾਂ ਗੱਲਾਂ ਨੂੰ ਕਹਿੰਦੇ ਅਸੀਂ ਨਹੀਂ ਮੰਨਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਦੇ ਮਹਾਨ ਹੈ, ਸੱਚੇ ਪਾਤਸ਼ਾਹ ਜੀ ਦੇ ਅਨੰਤ ਕਲਾ ਲੈ ਠਾਕੁਰ ਚੜਿਆ, ਬੇਅੰਤ ਸ਼ਕਤੀਆਂ ਦੇ ਮਾਲਕ ਹੈ। ਭਾਈ ਮਰਦਾਨਾ ਜੀ ਕਹਿੰਦੇ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਚੱਲੇ ਜਾ ਰਹੇ ਸਮੁੰਦਰ ਉੱਪਰ, ਚਰਨਾਂ ਨੂੰ ਜਿਹੜਾ ਸਾਡੇ ਸਮੇਤ ਹੀ ਜਾਲੀ ਨਹੀਂ ਛੋ ਰਿਹਾ। ਸ੍ਰੀ ਗੁਰ ਪਾਸ਼ੇ ਮੈਂ ਮਰਦਾਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਅੱਗੇ ਹੈ, ਪਿੱਛੇ ਮੈਂ ਭਾਈ ਬਾਲਾ ਹਾਂ, ਤੇ ਮੇਰੇ ਪਿੱਛੇ ਭਾਈ ਮਰਦਾਨਾ ਹੈ। ਤਿਉਂ ਹੀ ਕੀਨੋ ਹਮ ਪ੍ਰਸਥਾਨਾ। ਤਿਵੇਂ ਕਹਿੰਦੇ ਵੀ ਅਸਾਂ ਨੇ ਵੀ ਸਤਿਗੁਰੂ ਜੀ ਦੇ ਪਿੱਛੇ ਚੱਲਣਾ ਕੀਤਾ। ਭੀਗਿਓ ਕਹੋ ਨਾ ਜਲ ਸੋ ਚਰਨਾ। ਤਿਉਂ ਇਹ ਕਹਿੰਦੇ ਅਸੀਂ ਪਿੱਛੇ ਤੁਰਨਾ ਕੀਤਾ, ਤੇ ਜਲ ਦੇ ਨਾਲ ਕਹਿੰਦੇ ਸਾਡੇ ਜਿਹੜੇ ਚਰਨ ਉਹ ਭਿੱਜੇ ਨਹੀਂ ਹੈ, ਪਾਣੀ ਛੋਇਆ ਹੀ ਨਹੀਂ ਹੈ ਕਿਸੇ ਤਰ੍ਹਾਂ ਵੀ। ਕਰੁਣਾ ਕੀਨੀ ਤਾਰਨ ਤਰਨਾ। ਜੋ ਸਤਿਗੁਰੂ ਮਹਾਰਾਜ ਜਹਾਜ਼ ਵਾਤਿਆ ਸੰਸਾਰ ਤੋਂ ਤਾਰਨ ਲਈ, ਉਹਨਾਂ ਨੇ ਐਸੀ ਕਿਰਪਾ ਕੀਤੀ ਹੈ, ਕਹਿੰਦੇ ਸਾਡੇ ਵੀ ਚਰਨਾਂ ਨੂੰ ਜਲ ਨਹੀਂ ਛੋਇਆ। ਜਾਏ ਪਹੁੰਚੇ ਥੋ ਇੱਕ ਟਾਪੂ। ਚਲਦਿਆਂ ਸਤਿਗੁਰੂ ਮਹਾਰਾਜ ਸਮੁੰਦਰ ਦੇ ਉੱਪਰ, ਤੇ ਕਹਿੰਦੇ ਵੀ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਉੱਥੇ ਟਾਪੂ ਆਇਆ, ਖੁਸ਼ਕ ਜਗ੍ਹਾ ਆਈ ਸਮੁੰਦਰ ਦੇ ਵਿੱਚ ਹੀ ਥਾਂ, ਜਿੱਥੇ ਅਸੀਂ ਜਾ ਪਹੁੰਚੇ। ਨਾਮ ਜਪਾਇਓ ਸੰਕਟ ਖਾਪੂ। ਜੋ ਸਾਰੇ ਦੁੱਖਾਂ ਕਲੇਸ਼ਾਂ ਨੂੰ ਨਾਸ਼ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਨੇ ਉਸ ਟਾਪੂ ਦੇ ਉੱਪਰ ਉਹ ਨਾਮ ਜਪਾਇਆ, ਸਤਿਨਾਮ ਵਾਹਿਗੁਰੂ ਦਾ। ਨਾਗਾ ਬੰਦਰ ਤਾ ਕੋ ਨਾਮਾ। ਮਹਾਰਾਜ ਉਸ ਟਾਪੂ ਦਾ ਨਾਮ ਨਾਗਾ ਬੰਦਰ ਹੈ ਸੀ। ਇਹ ਮਦਰਾਸ ਦੇ ਇਲਾਕਾ ਜਿਹੜਾ ਕੋਰੂ ਮੰਡਲ ਹੈ, ਕੋਰੂ ਮੰਡਲ ਕਿਨਾਰੇ ਦੇ ਬੰਦਰਾਂ ਵਿੱਚੋਂ ਇੱਕ ਬੰਦਰਗਾਹ ਦਾ ਨਾਮ ਹੈ, ਜਿਹਨੂੰ ਨਾਗਾਪਟਨਮ ਵੀ ਕਹਿੰਦੇ ਆ ਅਤੇ ਨਾਗਾਪਟਨਮ ਵੀ ਕਹਿੰਦੇ ਆ ਹੁਣ ਤੱਕ। ਆਂਧਰਾ ਇਸੇ ਤਰ੍ਹਾਂ ਆਂਧਰਾ ਵਿੱਚ ਹੁਣ ਵੀ ਵਿਸ਼ਾਖਾਪਟਨਮ ਨਾਮ ਆਦਿਕ ਹੈ। ਇਹ ਜਿਹੜੀ ਬੰਦਰਗਾਹ ਹੈ ਇਹਦਾ ਨਾਮ ਨਾਗਾਪਟਨਮ ਹੈ। ਇੱਥੋਂ ਹੀ ਜਿਹੜਾ ਹੈ ਸੰਗਲਾਦੀਪ ਨੂੰ ਜਹਾਜ਼ ਜਾਂਦੇ ਹੈ, ਅਤੇ ਦੂਜੇ ਪਾਸੇ ਜਿਹੜਾ ਹੈ ਸੰਗਲਾਦੀਪ ਦੇ ਸਿਰੇ 'ਤੇ ਨਾਮੇ ਟਿਕਾਣਾ ਹੈ। ਇਹ ਸਾਧ ਸੰਗਤ ਜਿਹੜੀ ਬੰਦਰਗਾਹ ਹੋਣੀ ਉੱਥੇ ਹੈ, ਜਿੱਥੇ ਉਹ ਮਹਾਰਾਜ ਗਏ ਸਨ। ਸੱਚੇ ਪਾਤਸ਼ਾਹ ਜੀ ਜਿਸ ਟਾਪੂ ਦੇ ਗਏ ਹੈ, ਭਾਈ ਬਾਲਾ ਜੀ ਦੱਸ ਰਹੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਟਾਪੂ ਦਾ ਨਾਮ ਜਿਹੜਾ
ਨਾਗਾ ਬੰਦਰ ਹੈ ਸੀ ਜਾਂ ਨਾਗਾ ਪਟਨਮ। ਪੁਨ ਆਗੇ ਗਵਨੇ ਸੁਖ ਧਾਮਾ। ਸੁੱਖਾਂ ਦੇ ਘਰ ਮਹਾਰਾਜ ਇੱਥੋਂ ਦੇ ਲੋਕਾਂ ਨੂੰ ਨਾਮ ਜਪਾ ਕੇ ਸਤਨਾਮ ਵਾਹਿਗੁਰੂ ਦੇ ਅੱਗੇ ਚੱਲ ਪਏ। ਉਤੋ ਦੇਸ਼ ਜਹ ਸੰਗਲਾ ਦੀਪਾ। ਜਿੱਥੇ ਸੰਗਲਾ ਦੀਪ ਸ਼ਿਵ ਨਾਮ ਰਾਜੇ ਦਾ ਦੇਸ਼ ਹੈ ਸੀ। ਪਹੁੰਚੇ ਤਾਂ ਕੇ ਜਾਏ ਸਮੀਪਾ। ਉਸ ਸੰਗਲਾ ਦੀਪ ਇਲਾਕੇ ਦੇ ਕੋਲ ਜਾ ਪਹੁੰਚੇ ਮਹਾਰਾਜ। ਰਾਜੇ ਕੇ ਆਰਾਧਨੇ ਕਰ ਕੇ। ਰਾਜੇ ਸ਼ਿਵ ਨਾਮ ਦੇ ਆਰਾਧਨੇ ਕਰਕੇ ਯਾਦ ਕਰਨੇ ਕਰਕੇ ਗਏ ਦੇਸ਼ ਤਹ ਸੇਵ ਵਿਚਰ ਕੇ। ਮਹਾਰਾਜ ਉਸ ਦੇ ਦੇਸ਼ ਗਏ ਸੰਗਲਾ ਦੀਪ ਉਹਦੀ ਸੇਵਾ ਦੀ ਵਿਚਾਰ ਕਰਕੇ ਵੀ ਸਾਨੂੰ ਯਾਦ ਕਰਦਾ ਹੈ। ਦੋਹਰਾ ਇਹ ਨ੍ਰਿਪ ਕੋ ਉਪਪਨ ਹੁਤੋ। ਰਾਜੇ ਸ਼ਿਵ ਨਾਮ ਦਾ ਇੱਕ ਬਾਗ ਹੈ ਸੀ ਵਾਰ-ਵਾਰ। ਸੁਸ਼ਕ ਖਰੋ ਜਿਹ ਥਾਨਾ। ਜਿਸ ਥਾਂ ਤੇ ਉਹ ਬਾਗ ਸਾਰਾ ਸੁੱਕਾ ਹੀ ਖੜਾ ਹੈ ਸੀ, ਸਾਰੇ ਰੁੱਖ ਸੁੱਕੇ ਹੋਏ ਸਨ। ਸ੍ਰੀ ਗੁਰ ਪ੍ਰਵਿਸ਼ੇ ਤਾਸ ਮਹਿ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਹੀ ਉਹ ਬਾਗ ਵਿੱਚ ਪ੍ਰਵੇਸ਼ ਹੋਏ ਹੈ। ਦਾਸਨ ਕੇ ਸੁਖ ਦਾਨ। ਜੋ ਆਪਣੇ ਦਾਸਾਂ ਨੂੰ ਸੁੱਖਾਂ ਦਾ ਦਾਨ ਦੇਣ ਵਾਲੇ ਹੈ। ਚੌਪਈ ਚਰਨ ਕਮਲ ਜਬ ਤਹ ਠਾ ਪਾਏ। ਮਹਾਰਾਜ ਜੀ ਨੇ ਜਦੋਂ ਆਪਣੇ ਚਰਨ ਕਮਲ ਉਸ ਬਾਗ ਦੇ ਵਿੱਚ ਪਾਏ ਹੈ। ਸੂਕੇ ਬਿਟਪ ਹਰੇ ਹੋਏ ਆਏ। ਸੁੱਕੇ ਜਿਹੜੇ ਰੁੱਖ ਸੀ ਨਾ ਉਹ ਉਸੇ ਵੇਲੇ ਹਰੇ ਹੋ ਆਏ, ਹਰੇ ਹੋ ਗਏ ਹੈ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮਹਾਰਾਜ ਵਿਰਾਜਮਾਨ ਹੋ ਜਾਂਦੇ ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ। ਉੱਥੇ ਦੁੱਖ ਕਲੇਸ਼ ਕਾਲ ਮਿਟ ਜਾਂਦੇ ਹੈ। ਜਦੋਂ ਗੁਰੂ ਮਹਾਰਾਜ ਜੀ ਨੇ ਆਪਣੇ ਚਰਨ ਕਮਲ ਇਹ ਬਾਗ ਦੇ ਵਿੱਚ ਪਾਏ ਹੈ, ਇਹ ਬਾਗ ਉਸੇ ਵੇਲੇ ਹਰਿਆ ਭਰਿਆ ਹੋ ਗਿਆ ਹੈ। ਸੁੰਦਰ ਸਾਖਾ ਦਲ ਫਲ ਫੂਲਾ। ਰੁੱਖਾਂ ਦੀਆਂ ਜਿਹੜੀਆਂ ਟਾਹਣੀਆਂ ਸੋਹਣੇ ਪੱਤਿਆਂ ਨਾਲ, ਫੁੱਲਾਂ ਤੇ ਫਲਾਂ ਨਾਲ ਭਰ ਗਈਆਂ ਹਨ। ਸੋਹਤ ਭਾ ਸਭ ਮਨ ਅਨਕੂਲਾ। ਮਨ ਨੂੰ ਚੰਗਾ ਲੱਗਣ ਵਾਲਾ ਸਭ ਇਹ ਬਾਗ ਬੜਾ ਸੋਭਨੀਕ ਹੋ ਰਿਹਾ, ਸੋਹਣਾ ਲੱਗ ਰਿਹਾ ਹੈ। ਜਬ ਹੈ ਨਗਰ ਕੇ ਲੋਕਨ ਦੇਖਾ। ਜਦੋਂ ਇਹ ਸ਼ਿਵਨਾਬ ਦੇ ਪਿੰਡ ਦੇ ਲੋਕਾਂ ਨੇ ਦੇਖਿਆ ਹੈ। ਹਿਰਦੇ ਸਭਨ ਆਚਰਜ ਵਿਸੇਖਾ। ਹਿਰਦੇ ਵਿੱਚ ਸਾਰਿਆਂ ਨੇ ਆਸ਼ਚਰਜੀ ਬਹੁਤ ਮੰਨਿਆ, ਆਸ਼ਚਰਜ ਹੋ ਗਏ ਬਹੁਤ ਹਿਰਦੇ ਵਿੱਚ। ਬਾਗਵਾਨ ਤਬ ਹੀ ਸੁਧ ਪਾਈ। ਉੱਥੇ ਦਾ ਜਿਹੜਾ ਬਾਗਵਾਨ, ਬਾਗ ਦਾ ਵਾਲੀ ਮਾਲੀ ਹੈ ਸੀ, ਜਦੋਂ ਉਹਨੇ ਖਬਰ ਪਾਈ ਹੈ। ਆਨ ਗੁਰੂ ਪਗ ਗਰੀਬ ਨਿਵਾਈ। ਬੜਾ ਦੌੜ ਕੇ ਛੇਤੀ ਆਇਆ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਉੱਪਰ ਆਪਣੀ ਗਰਦਨ ਨਵਾਈ ਹੈ, ਮੱਥਾ ਟੇਕਿਆ ਹੈ। ਹਰ ਖਕੀਨ ਤਨ ਹਿਰਦੇ ਵਿਸਾਲਾ। ਉਸ ਮਾਲੀ ਨੇ ਹਿਰਦੇ ਵਿੱਚ ਬਹੁਤ ਖੁਸ਼ੀ ਕੀਤੀ ਹੈ। ਪੁਨ ਗਵਨਿਓ ਜਹਾਂ ਤੋ ਪਵਾਲਾ। ਫਿਰ ਜਿੱਥੇ ਸ਼ਿਵ ਨਾਮ ਰਾਜ ਆਪਣੇ ਮਹਿਲਾਂ ਵਿੱਚ ਹੈ ਸੀ ਉਧਰ ਚਲਾ ਗਿਆ ਹੈ। ਜਾਏ ਸਭਾ ਮਹਿ ਗਿਰਾ ਉਬਾਚੀ। ਰਾਜੇ ਦੀ ਸਭਾ ਵਿੱਚ ਜਾ ਕੇ ਐਵੇਂ ਦਾ ਬਾਣੀ ਬਚਨ ਕਿਹਾ। ਸੁਨਹਾ ਬਾਤ ਭੂਪਤ ਮਮ ਸਾਚੀ। ਐ ਰਾਜਾ ਸ਼ਿਵਨਾਭ ਮੇਰੀ ਗੱਲ ਤੂੰ ਸੁਣ, ਮੈਂ ਜੋ ਗੱਲ ਕਹਿ ਰਿਹਾ ਮੇਰੀ ਗੱਲ 16 ਨੇ ਸੱਚ ਹੈ। ਉੱਤਮ ਸੰਤ ਇੱਕ ਚੱਲ ਆਇਓ। ਇੱਕ ਉੱਤਮ ਸੰਤ ਤੇਰੇ ਸੁੱਕੇ ਬਾਗ 'ਚ ਚੱਲ ਕੇ ਆਇਆ ਹੈ। ਸੁੱਕੇ ਉਪਬਨ ਪਗ ਜਬ ਪਾਇਓ। ਜਦੋਂ ਹੀ ਉਹ ਸੰਤਾਂ ਨੇ ਤੇਰੇ ਬਾਗ ਦੇ ਵਿੱਚ ਆਪਣਾ ਚਰਨ ਪਾਇਆ ਹੈ। ਹਰਿਆ ਹੋਤ ਭਇਓ ਤਤਕਾਲਾ। ਮੈਂ ਆਪਣੇ ਅੱਖੀਂ ਵੇਖਿਆ ਕਿ ਮੇਰੇ ਦੇਖਦਿਆਂ ਦੇਖਦਿਆਂ ਬੜੀ ਛੇਤੀ ਉਹ ਬਾਗ ਹਰਿਆ ਭਰਿਆ ਹੋ ਗਿਆ। ਜਿਹ ਕੋ ਦਰਸ਼ਨ ਕਰਤ ਨਿਹਾਲਾ। ਜਿਨ੍ਹਾਂ ਸਾਧਾਂ ਸੰਤਾਂ ਦਾ ਦਰਸ਼ਨ ਕਰਨਾ ਤੇ ਨਿਹਾਲੀ ਕਰ ਰਿਹਾ, ਸਫਲ ਹੀ ਹੋ ਰਿਹਾ ਹੈ। ਵੈ ਚੇਲੇ ਹੈ ਤਾਂ ਕੇ ਸੰਗਾ। ਉਹਨਾਂ ਦੇ ਨਾਲ 2 ਚੇਲੇ ਹੈ। ਚੱਲੋ
ਕਾਫੀ ਮੰਤਰੀ ਆ ਜੋ ਸੰਤ ਆਏ ਆਪਣੇ ਬਾਗ ਦੇ ਵਿੱਚ ਸਿੱਖਾਂ ਦਾ ਦਾਨ ਦੇਣ ਵਾਲੇ, ਤੂੰ ਵੀ ਉਹਨਾਂ ਦੇ ਕੋਲ ਚਲਿਆ ਜਾ। ਇਹ ਵੀ ਵੇਖ ਲੈ ਕਿ ਜੇ ਸਾਡੇ ਬਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਉਣਾ ਕੀਤਾ ਹੈ ਤੇ ਜਾਣ ਲੈ, ਪਰਖਣਾ ਕਰ ਲੈ ਜਾਣ ਲੀਨ ਸਮੇ